ਸਿਕਿਉਰਿਟੀ ਵਾਲੀ ਗੱਲ ਲੀਕ ਕਰਨਾ ਉਹਨੂੰ ਗਲਤੀ ਨਹੀਂ ਮੰਨਦੇ ਤੁਸੀਂ? नहीं सिक्योरिटी वाली गल लीक देखो ਜਾਂ ਸਿਕਿਉਰਿਟੀ ਵਾਪਸ ਲੈਣਾ ਤੁਸੀਂ ਕਹਿ ਰਹੇ ਹੋ ਵੀ ਵੱਡੇ ਬੰਦਿਆਂ ਨੂੰ ਪ੍ਰੋਟੈਕਟ ਕਰਨਾ ਸਾਡਾ ਫਰਜ਼ ਆ ਤੇ ਉਹ ਤਾਂ ਬਹੁਤ ਨਾਮਵਰ ਭਗਵੰਤ ਮਾਨ ਜੀ ਪਹਿਲਾਂ ਖੁਦ ਕਹਿੰਦੇ ਹੁੰਦੇ ਸੀ ਵੀ ਚੁੱਲ੍ਹਿਆਂ ਦੀਆਂ ਲਾਟਾਂ ਨਾਲੋਂ ਸਿਵਿਆਂ ਦੀਆਂ ਲਾਟਾਂ ਬਹੁਤ ਉੱਚੀਆਂ ਗਈਆਂ ਇਸ ਦੇਸ਼ ਪੰਜਾਬ ਦੇ ਵਿੱਚ, ਪਰ ਤੁਹਾਡੀ ਸਰਕਾਰ ਦੇ ਵਿੱਚ ਜਿਹੜਾ ਇਹ ਖਾਸ ਕਰਕੇ ਲੈ ਕੇ ਹੋਇਆਗਾ ਇਦਾਂ ਦੀਆਂ ਚੀਜ਼ਾਂ ਹੋਣਾਂ ਗਈਆਂ, ਇਹ ਕਿਉਂ? नहीं देखो फर्क ਲਾਅ ਐਂਡ ਆਰਡਰ ਤੇ ਕੰਟਰੋਲ ਨਹੀਂ ਰਿਹਾ। ਨੌਜਵਾਨ ਜਾਂ ਬੇਰੁਜ਼ਗਾਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਬੈਠੇ ਨੇ, ਉਹਨਾਂ ਦੇ ਡਾਂਗਾਂ ਸੋਟੀਆਂ ਤੇ ਜਿਸ ਲੜਕੀ ਨੂੰ ਕੇਜਰੀਵਾਲ ਸਾਹਿਬ ਨੇ ਆਪਣੀ ਭੈਣ ਕਿਹਾ, ਉਸ ਭੈਣ ਨੂੰ ਧੱਕੇ ਮਾਰ ਕੇ ਘੜੀਸ ਕੇ ਸੜਕ ਤੋਂ ਇੱਕ ਬੱਸਾਂ ਦੇ ਵਿੱਚ ਸਿੱਟਿਆ। ਕਹਿੰਦੇ ਗੁਜਰਾਤ ਦੇ ਵਿੱਚ, ਹਿਮਾਚਲ ਦੇ ਵਿੱਚ, ਹਰਿਆਣੇ ਦੇ ਵਿੱਚ ਧੜਾ ਧੜ ਇਸ਼ਤਿਹਾਰਬਾਜ਼ੀ ਦਿੱਤੀ ਗਈ, ਪੰਜਾਬ ਦੇ ਖਜ਼ਾਨੇ ਦਾ ਪੈਸਾ ਲੁਟਾਇਆ ਗਿਆ। ਕੀ ਲੱਗਦਾ देखो ਜਿਹੜਾ ਕੰਮ ਗਰਾਊਂਡ ਤੇ ਹੋ ਰਿਹਾ ਉਹ ਲੋਕਾਂ ਨੂੰ ਇਸ਼ਤਿਹਾਰਬਾਜ਼ੀ ਕਰਕੇ ਦੱਸਣਾ ਜ਼ਰੂਰੀ ਹੈ? ਕੋਈ ਹੁਣ ਸੁਖਪਾਲ ਖਹਿਰੇ ਵਰਗੇ ਜਾਂ ਆ ਰਾਜਾ ਵੜਿੰਗ ਵਰਗੇ ਖਾਮ ਕਿਤੋਂ ਲਿਆ ਕੇ ਇੱਕ ਫੋਰਜਰੀ ਡਾਕੂਮੈਂਟ ਪੇਸ਼ ਕਰ ਦਿੰਦੇ ਆ ਔਰ ਉਹਦੇ 'ਚ ਕੋਈ ਸੱਚਾਈ ਨਹੀਂ ਹੁੰਦੀ। ਸਰਕਾਰੀ ਡਾਕੂਮੈਂਟ ਮੰਨਦੇ ਹੋ ਆਰਟੀਆਈ ਨੂੰ? ਯੈਸ ਡੈਫੀਨਿਟਲੀ। ਫਿਰ ਤੁਸੀਂ ਠੋਕੋ ਜੇ ਕਿਸੇ ਨੇ ਗਲਤ ਕਰਿਆ ਕਰ। ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਤੇ ਕੋਈ ਬਹੁਤ ਜੱਗੋਂ 13ਵੀਂ ਗੱਲ ਨਹੀਂ ਹੋ ਰਹੀ। ਵਿਰੋਧੀ ਤਾਂ ਇੱਥੋਂ ਤੱਕ ਕਹਿ ਰਿਹਾ ਵੀ ਮੀਡੀਆ ਦੀ ਵੀ ਸੰਗੀ ਕੁੱਟ ਰਹੀ ਆ ਆਮ ਆਦਮੀ ਪਾਰਟੀ। ਕਿਸ ਤਰ੍ਹਾਂ ਵੀ ਵੱਡੇ ਵੱਡੇ ਗੱਫੇ ਦੇ ਕੇ ਸੰਗੀ ਕੁੱਟ ਰਹੀ। ਸੁਖਪਾਲ ਖਹਿਰਾ ਜਸਟੀਫਾਈ ਕਰ ਰਹੇ ਆ ਜਿਹੜੇ ਜ਼ਮੀਂਦਾਰ, ਰਸੂਖਦਾਰ, ਵੱਡੇ ਘਰਾਣੇ, ਪੋਲੀਟੀਕਲ ਆਪਸ 'ਚ ਰਿਸ਼ਤੇਦਾਰ, ਅੰਗਰੇਜ਼ਾਂ ਦੇ ਜਿਹੜੇ ਸਿੰਪਥਾਈਜ਼ਰ ਰਹੇ ਉਹਨਾਂ ਨੂੰ ਬਚਾਉਣ ਦੀ ਗੱਲ। ਮੰਤਰੀ ਨੇ ਹਰਜੋਤ ਸਿੰਘ ਬੈਂਸ ਉਹ ਕਹਿੰਦੇ ਨੇ ਵੀ ਇੱਕ ਟ੍ਰੀਟੀ ਹੋਈ ਸੀ 1972 'ਚ, ਪਰ ਉਹ ਟ੍ਰੀਟੀ ਹੋਈ ਆ 1960 'ਚ। ਇਹ ਵੱਡੇ ਆਰੋਪ ਲਾਏ ਨੇ GS ਢਿੱਲੋਂ ਸਾਹਿਬ ਨੇ, ਕਹਿੰਦੇ ਪਾਣੀ ਦੇ ਮੁੱਦੇ ਤੇ ਜ਼ੀਰੋ ਨੌਲੇਜ ਆ ਆਮ ਆਦਮੀ ਪਾਰਟੀ ਦੀ। ਅੱਜ ਪੰਜਾਬ ਕੋ ਪਾਣੀ ਹੈ ਨਹੀਂ ਦੇਣ ਲਈ, ਪੰਜਾਬ ਕਿੱਥੋਂ ਦੇ ਦੇ? ਪੰਜਾਬ ਦਾ ਆਪਣਾ ਹਜ਼ਾਰਾਂ ਏਕੜ ਜਿਹੜਾ ਰੱਖਿਆ ਹਰਿਆਣੇ 'ਚ ਜਾ ਕੇ ਛੋਡੇ ਹੀ ਜਿਹੜੇ ਪਾਰਟੀ ਦੇ ਮੁੱਖ ਨੇ ਅਰਵਿੰਦ ਕੇਜਰੀਵਾਲ, ਉਹਨਾਂ ਦੀਆਂ ਚੀਜ਼ਾਂ ਬਦਲ ਜਾਂਦੀਆਂ। ਮੁੱਖ ਮੰਤਰੀ ਕਹਿ ਰਿਹਾ ਸਾਨੂੰ ਵੀ ਹਰਿਆਣੇ ਦੇ ਆਧਾਰ ਤੇ ਜਗ੍ਹਾ ਦੇ ਦਿਓ, ਆਪਣੇ ਹੀ ਜਗ੍ਹਾ ਤੋਂ ਆਪ ਹੀ ਮੰਗੀ ਜਾਂਦੇ। ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨੂਣ ਭੁੱਕਿਆਗਾ ਇੱਕ ਅਜਿਹੇ ਬੰਦੇ ਨੂੰ AG ਤੁਸੀਂ ਲਾਤਾ ਜਿਹੜਾ ਸੱਚੇ ਸੌਦੇ ਵਾਲੇ ਦਾ ਕੇਸ ਲੜ ਰਿਹਾ ਹੈਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ, ਤੁਸੀਂ ਦੇਖ ਰਹੇ ਹੋ ਟਾਕ ਵਿਦ ਰਤਨ। ਸਰਕਾਰ ਬਣੀ ਨੂੰ 5 ਮਹੀਨੇ ਹੋ ਚੁੱਕੇ ਨੇ, ਪਰ ਜੇ ਅਸੀਂ ਸਵਾਲਾਂ ਦੀ ਗੱਲ ਕਰਦੇ ਹਾਂ ਜਾਂ ਸਰਕਾਰ ਦੇ ਉੱਤੇ ਜੇ ਵੱਡੇ ਇਲਜ਼ਾਮਾਂ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਗੀਆਂ। ਬਹੁਤ ਲੋਕਾਂ ਦਾ ਇਹ ਵੀ ਰੋਸ ਆ ਵੀ ਸਰਕਾਰ ਸਾਹਮਣੇ ਆ ਕੇ ਬਹੁਤ ਸਾਰੀਆਂ ਗੱਲਾਂ ਸਪਸ਼ਟ ਤੌਰ ਦੇ ਉੱਤੇ ਦੱਸ ਨਹੀਂ ਰਹੀ, ਕੁਝ ਹੋਰ ਵੀ ਚੀਜ਼ਾਂ ਗੀਆਂ। ਤੇ ਬੜੇ ਲੋਕਾਂ ਦਾ ਇਹ ਵੀ ਕਹਿਣਾ ਗਾ, ਵਿਰੋਧੀ ਧਿਰ ਵੀ ਬੜੇ ਵੱਡੇ ਇਲਜ਼ਾਮ ਲਾਉਂਦੀ ਹੈ ਵੀ ਸਰਕਾਰ ਨੇ ਆਉਂਦਿਆਂ ਸਾਰ ਜਿਹੜੇ ਫੈਸਲੇ ਲਏ ਆ ਉਹ ਬੜੇ ਗਲਤ ਲਏ ਆ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਅੱਜ ਸਰਕਾਰ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਰਹਿਣਗੇ। ਪਾਰਟੀ ਦੇ ਮੁੱਖ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਲੱਗੇ ਨੇ ਮਾਲਵਿੰਦਰ ਸਿੰਘ ਕੰਗ। ਕੰਗ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਤੁਹਾਡੇ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾ ਸਵਾਲ ਤਾਂ ਕੰਗ ਸਾਹਿਬ ਇਹੀ ਆ, ਲੋਕਾਂ ਦਾ ਬੜਾ ਗਿਲੇ ਸ਼ਿਕਵੇ ਹੋ ਗਏ ਬੜੀ ਜਲਦੀ 5 ਮਹੀਨਿਆਂ ਦੇ ਵਿੱਚ, ਲੱਗਦਾ ਸੀ ਵੀ ਇੰਨੀ ਛੇਤੀ ਜਿਹੜਾ ਹੈਗਾ ਮੋਹ ਭੰਗ ਹੋ ਜੂ। ਨਹੀਂ ਜੀ, ਦੇਖੋ ਗੱਲ ਇਹ ਆ, ਮੋਹ ਭੰਗ ਨਹੀਂ ਹੋਇਆ, ਲੋਕਾਂ ਦਾ ਭਰੋਸਾ ਵਧਿਆ। ਕਿਉਂ ਵਧਿਆ ਹੈ? 5 ਮਹੀਨਿਆਂ 'ਚ ਜਿੱਥੇ ਸਰਕਾਰ ਨੇ 9000 ਏਕੜ ਤੋਂ ਵੱਧ ਸਰਕਾਰੀ ਤੇ ਪੰਚਾਇਤੀ ਜ਼ਮੀਨ ਜਿਹੜੀ ਆ ਰਤਨ ਉਹ ਛਡਵਾਈ ਆ। ਹੁੰਦਾ ਕੀ ਰਿਹਾ ਆ, ਪਿਛਲੀਆਂ ਸਰਕਾਰਾਂ 'ਚ ਜਦੋਂ ਪਾਵਰ 'ਚ ਹੁੰਦੇ ਸੀ ਲੋਕ ਤੇ ਇਹ ਪਹਿਲਾਂ ਹੀ ਵਿਉਂਤਬੰਦੀਆਂ ਬਣ ਜਾਂਦੀਆਂ ਸੀ ਵੀ ਸਰਕਾਰ 'ਚ ਆ ਕੇ ਉਹ ਜਿਹੜਾ ਗਾਣਾ ਨਹੀਂ ਗਾ ਲੈ ਲਾਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ, ਇਹ ਮਨਸੂਬੇ ਬਣਾਏ ਜਾਂਦੇ ਸੀ ਵੀ ਕਿਸ ਤਰੀਕੇ ਨਾਲ ਸਰਕਾਰੀ ਤਾਕਤ ਦਾ ਗਲਤ ਇਸਤੇਮਾਲ ਕਰਕੇ ਤੇ ਫਾਇਦੇ ਲੈਣੇ ਆ। ਮਾਨ ਸਾਹਿਬ ਨੇ ਆ ਕੇ ਉਸ ਪਰੰਪਰਾ ਨੂੰ ਤੋੜਿਆ। ਹੁਣ ਜਿਹੜੀਆਂ ਪੰਚਾਇਤੀ ਔਰ ਸਰਕਾਰੀ ਜ਼ਮੀਨਾਂ ਜਿਨ੍ਹਾਂ ਦੀ ਇਨਕਮ ਚਾਹੇ ਪੰਚਾਇਤ ਖਰਚ ਕਰੇ ਜਾਂ ਸਟੇਟ ਗੌਰਮੈਂਟ ਖਰਚ ਕਰੇ, ਲੋਕਾਂ ਦੇ ਵੈਲਫੇਅਰ 'ਤੇ ਹੋਊਗੀ, ਉਹ ਛੁਡਵਾਈਆਂ ਗਈਆਂ। ਸਮਾਜ 'ਚ ਇੱਕ MLA ਇੱਕ ਪੈਨਸ਼ਨ ਦੇ ਕੇ ਇੱਕ ਸਮਾਨਤਾ ਦਾ ਭਾਵ ਮਾਨ ਸਾਹਿਬ ਨੇ ਜਗਾਇਆ। ਨਹੀਂ ਤੇ ਪਹਿਲਾਂ ਕੋਈ 5 ਪੈਨਸ਼ਨਾਂ ਲੈ ਰਿਹਾ, ਕੋਈ 8 ਲੈ ਰਿਹਾ, ਕੋਈ 10 ਲੈ ਰਿਹਾ। ਜਿਹੜੇ ਆਮ ਕਰਮਚਾਰੀ ਰਿਟਾਇਰ ਹੁੰਦੇ ਆ ਸਾਰੀ ਉਮਰ ਕੰਮ ਕਰਕੇ, ਉਹ ਵਿਚਾਰੇ ਇੱਕ ਪੈਨਸ਼ਨ ਲੈਂਦੇ ਸੀ ਔਰ ਟੈਕਸ ਵੀ ਦਿੰਦੇ ਸੀ। ਦੂਜੇ ਪਾਸੇ ਇੱਕ ਪੋਲੀਟੀਕਲ ਕਲਾਸ, ਚਾਹੇ ਉਹ MLA ਹੈ ਚਾਹੇ MP ਹੈ, ਉਹ 5-5 10-10 ਪੈਨਸ਼ਨਾਂ ਲੈ ਰਿਹਾ ਸੀ। ਇੱਕ ਸਮਾਨਤਾ ਵੀ ਨਹੀਂ ਸੀ ਔਰ ਪੰਜਾਬ ਦੇ ਖਜ਼ਾਨੇ ਨੂੰ ਬਹੁਤ ਵੱਡਾ ਚੂਨਾ ਸੀ। ਉਹ ਮਾਨ ਸਾਹਿਬ ਨੇ ਪਿਛਲੇ 5 ਮਹੀਨਿਆਂ 'ਚ ਉਹ ਵੱਡਾ ਕੰਮ ਕੀਤਾ। ਇਹਦੇ ਨਾਲ
25,000 ਜਿਹੜੀਆਂ ਨੌਕਰੀਆਂ ਦੇਣ ਦੀ ਕਵਾਇਦ ਜਿਹੜੀ ਆ ਉਹਦੇ 'ਚ ਕਈ ਡਿਪਾਰਟਮੈਂਟਾਂ ਨੇ ਸ਼ੁਰੂ ਕਰਤੀ। ਫੋਰ ਐਗਜ਼ਾਮਪਲ 6,000 ਪ੍ਰਾਇਮਰੀ ਟੀਚਰਾਂ ਨੂੰ ਅਪਾਇੰਟਮੈਂਟ ਲੈਟਰ ਪਿਛਲੇ 5 ਮਹੀਨੇ ਕਹਿ ਸਕਦੇ ਤੁਸੀਂ 5 ਮਹੀਨੇ ਹੋਏ ਨਹੀਂ, ਅਸੀਂ ਤਾਂ 4 ਮਹੀਨੇ ਹੀ ਗਿਣਦੇ ਹਾਂ, ਜੇ 5 ਵੀ ਹੋ ਜਾਣਗੇ ਚਲੋ ਕੋਈ ਗੱਲ ਨਹੀਂ। ਇਸੇ ਤਰੀ ਬਿਜਲੀ ਡਿਪਾਰਟਮੈਂਟ ਦੀ ਗੱਲ ਹੈ, 1700 ਲੋਕ ਰੱਖ ਰਹੇ ਆ, ਐਵੇਂ ਇਰੀਗੇਸ਼ਨ ਡਿਪਾਰਟਮੈਂਟ ਦੀਆਂ। ਸੋ ਕੋਸ਼ਿਸ਼ ਸਰਕਾਰ ਦੀ ਇਹ ਆ ਵੀ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤੀ ਦੇਣੀ, ਪੰਜਾਬ ਦੇ ਕਿਸਾਨਾਂ ਨੂੰ ਪਹਿਲੀ ਵਾਰ MSP ਦੇਣ ਦੀ ਸ਼ੁਰੂਆਤ ਮਾਨ ਸਾਹਿਬ ਦੀ ਸਰਕਾਰ ਨੇ ਕੀਤੀ। ਇਹ ਵੀ ਪਿਛਲੇ 4-5 ਮਹੀਨਿਆਂ ਦੀ ਐਕਸਰਸਾਈਜ਼ ਹੈ। ਸਿੱਧੀ ਬਜਾਈ ਕਰਨ ਕਿਸਾਨ, ਇਸ ਚੀਜ਼ ਨੂੰ ਹੱਲਾਸ਼ੇਰੀ ਦੇਣ ਲਈ, ਉਹਨਾਂ ਨੂੰ ਪ੍ਰੋਤਸਾਹਨ ਦੇਣ ਲਈ ਤਾਂ ਕਿ ਪੰਜਾਬ ਦਾ ਪਾਣੀ ਬਚੇ, ਫਰਟੀਲਿਟੀ ਬਚੇ ਜ਼ਮੀਨ ਦੀ। 1500 ਰੁਪਏ ਇਨਸੈਂਟਿਵ ਦੀ ਦੇਣ ਦੀ ਗੱਲ ਹੈ। ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਹੈ, ਇਹ ਆਮ ਆਦਮੀ ਪਾਰਟੀ ਦਾ ਜਿਹੜਾ ਬੁਨਿਆਦੀ ਜਿਹੜਾ ਸਲੋਗਨ ਹੈ ਔਰ ਪ੍ਰਿੰਸੀਪਲ ਹੈ। ਉਹਦੇ ਤੇ ਚਾਹੇ ਉਹ ਆਪਣਾ ਬੰਦਾ ਮਿਨਿਸਟਰ ਹੈ ਚਾਹੇ ਬਗਾਨਾ ਹੈ, ਉਹ ਸ਼ੁਰੂਆਤ ਹੋਈ IAS ਅਫਸਰਾਂ ਤੇ ਕੇਸ ਦਰਜ ਹੋਏ, ਅੰਦਰ ਹੋਏ, ਮਿਨਿਸਟਰ ਹੋਏ, ਸਾਬਕਾ ਮਿਨਿਸਟਰ ਹੋਏ, ਤਹਿਸੀਲਦਾਰ ਹੋਏ, ਪਟਵਾਰੀ ਹੋਏ, ਪੁਲਿਸ ਦੇ ਅਫਸਰ ਹੋਏ। ਕਰਪਸ਼ਨ ਦੇ ਖਿਲਾਫ ਵੱਡੀ ਮੁਹਿੰਮ ਇਸ ਤਰੀਕੇ ਨਾਲ VIP ਕਲਚਰ ਨੂੰ ਠੱਲ ਪਈ ਆ। ਜੇ ਪਹਿਲਾਂ ਕੀ ਹੁੰਦਾ ਸੀ ਰਤਨ, ਜਣਾ ਖਣਾ ਸਰਕਾਰ 'ਚ ਚਾਹੇ ਉਹ ਲੀਡਰ MLA ਤੇ MP ਤੋਂ ਵੱਡੀਆਂ ਗੱਲਾਂ ਨਾ, ਤੇ ਕੋਈ ਮੁਹੱਲੇ ਦਾ ਕੋਈ ਇੱਕ ਗਲੀ ਦਾ ਲੀਡਰ ਵੀ ਸਿਕਿਉਰਿਟੀਆਂ ਲੈ ਕੇ ਤੇ ਲਾਲ ਬੱਤੀਆਂ ਲੈ ਕੇ ਹੂਟਰ ਮਾਰਦਾ ਫਿਰਦਾ ਸੀ, ਹੁੱਲੜਬਾਜੀ ਕਰਦਾ ਫਿਰਦਾ ਸੀ, ਟੋਲ ਪਲਾਜ਼ਿਆਂ ਤੇ ਇੰਜੰਪਸ਼ਨ ਲੈਂਦਾ ਸੀ, ਰੋਬ ਮਾਰਦਾ ਸੀ। ਉਹ VIP ਕਲਚਰ ਜਿਹੜਾ ਸੋਸਾਇਟੀ ਲਈ ਮਾੜਾ, ਉਹ ਖਤਮ ਕੀਤਾ। ਪਰ ਕੰਗ ਸਾਹਿਬ ਮਾਫੀ ਚਾਹਾਂਗੇ, ਕਹਿੰਦੇ VIP ਕਲਚਰ ਤਾਂ ਆਮ ਆਦਮੀ ਪਾਰਟੀ ਨੇ ਸਿਖਰਾਂ ਤੱਕ ਪਹੁੰਚਾਤਾ। ਵਿਰੋਧੀ ਵੀ ਕਹਿੰਦੇ ਵੀ ਜਿਹੜੇ ਕਹਿੰਦੇ ਸੀ ਵੀ ਅਸੀਂ ਘੁੱਗੂਆਂ ਵਾਲੀਆਂ ਗੱਡੀਆਂ ਨਹੀਂ ਰੱਖਣੀਆਂ, ਆਸੇ-ਪਾਸੇ ਉਵੇਂ ਦੇ ਗਨਮੈਨ ਨਹੀਂ ਰੱਖਣੇ, ਕਹਿੰਦੇ ਹੁਣ ਗਨਮੈਨਾਂ ਬਿਨਾਂ ਸਾਹ ਨਹੀਂ ਆਉਂਦਾ। ਜਿਹੜੇ ਲੋਕਾਂ ਨੂੰ ਤੇ ਐਕਚੁਅਲ ਥ੍ਰੈਟ ਹੈ ਉਹਨਾਂ ਨੂੰ ਤੇ ਸਿਕਿਉਰਿਟੀ ਦੀ ਲੋੜ ਹੈ, ਚਾਹੇ ਉਹ ਮਾਨ ਸਾਹਿਬ ਹੋਣ, ਚਾਹੇ ਸੁਖਬੀਰ ਸਿੰਘ ਬਾਦਲ ਹੋਣ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ। ਪਰ ਮੂਸੇ ਵਾਲੇ ਵੇਲੇ ਗੱਲਾਂ ਬਦਲ ਗਈਆਂ ਕੰਗ ਸਾਹਿਬ। ਮੇਰੀ ਬੇਨਤੀ ਸੁਣੋ, ਮੂਸੇ ਵਾਲਾ ਸਾਹਿਬ ਤੇ ਮੈਂ ਉਹ ਵੀ ਗੱਲ ਮੈਂ ਜਵਾਬ ਦੇ ਦਿੰਦਾ। ਸੋ ਇੱਕ ਮੈਂ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਪਰਸੈਪਸ਼ਨ ਕਿਸ ਤਰ੍ਹਾਂ ਮਿਲੂਗੀ, ਸਰਕਾਰ ਨੇ ਤੇ ਬਿਲਕੁਲ ਰਿਵਾਇਤੀ ਜਿਸ ਤਰੀਕੇ ਨਾਲ ਕੰਮਕਾਰ ਹੋ ਰਹੇ ਸੀ ਉਹ ਲੀਕ ਤੋਂ ਹਟ ਕੇ ਫੈਸਲੇ ਲਏ ਆ ਮਾਨ ਸਾਹਿਬ ਦੀ ਸਰਕਾਰ ਨੇ। ਉਹ ਬੜੇ ਰੈਵੋਲੂਸ਼ਨਰੀ ਫੈਸਲੇ ਲਏ ਆ। ਇਹਦੇ ਨਾਲ ਜਿਸ ਤਰੀਕੇ ਨਾਲ ਸਰਕਾਰੀ ਦਫ਼ਤਰਾਂ 'ਚ ਚਾਹੇ ਤਹਿਸੀਲ ਹੈ ਚਾਹੇ ਕਚਹਿਰੀ ਆ, ਉਹਦੇ 'ਚ ਕਰਪਸ਼ਨ 'ਚ ਬਹੁਤ ਵੱਡੀ ਠੱਲ ਪਈ ਆ। ਇਹਦੇ ਨਾਲ ਮਨਮਰਜ਼ੀਆਂ ਖਤਮ ਹੋਈਆਂ ਆ ਜਿਹੜੇ ਅਫਸਰਾਂ ਦੀਆਂ ਲੋਕਾਂ 'ਤੇ ਚੱਲਦੀਆਂ ਸੀ। ਸੋ ਐਸੀ ਗੱਲ ਨਹੀਂ ਗੀ ਅੱਜ। ਅੱਛਾ, ਪਰਚਾ ਕਲਚਰ ਖਤਮ ਹੋਇਆ। ਪਹਿਲਾਂ ਕੀ ਹੁੰਦਾ ਸੀ, ਅਕਾਲੀ ਦਲ ਆ ਗਿਆ ਤੇ ਕਾਂਗਰਸੀ ਸਾਰੇ ਠੋਕ ਦੋ, ਕਾਂਗਰਸੀ ਆ ਗਏ ਤੇ ਅਕਾਲੀਆਂ ਤੇ। ਅੱਜ ਪੰਜਾਬ 'ਚ ਪਰਚਾ ਕਲਚਰ ਤੇ ਵੀ ਬਹੁਤ ਵੱਡੇ ਮਤਲਬ ਇਸ ਤਰ੍ਹਾਂ ਤੇ ਠੱਲ ਪਈ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਰਤਨ, ਵਿਦਿਨ 4 ਮੰਥ ਜਿਹੜੀ ਸਰਕਾਰ ਨੇ ਆਪਣੀ ਨੀਅਤ ਔਰ ਨੀਤੀ ਦਿਖਾਈ ਹੈ, ਮੈਨੂੰ ਲੱਗਦਾ ਉਹ ਪਿਛਲੇ ਜਿਹੜੀਆਂ ਰੂਲ ਕਰਦੀ ਰਹੀਆਂ ਸਰਕਾਰਾਂ ਉਹਨਾਂ ਤੋਂ ਬਹੁਤ ਬਿਹਤਰ ਹੈ। ਔਰ ਇੱਕ ਨਵੀਂ ਰਾਜਨੀਤੀ ਦੀ ਮਾਨ ਸਾਹਿਬ ਦੇ ਆਉਣ ਨਾਲ ਔਰ ਆਮ ਆਦਮੀ ਪਾਰਟੀ ਦੇ ਆਉਣ ਨਾਲ ਸ਼ੁਰੂਆਤ ਹੋਈ ਹੈ, ਔਰ ਇਹਦੇ ਬਹੁਤ ਅੱਛੇ ਆਉਣ ਵਾਲੇ ਟਾਈਮ 'ਚ ਵੀ ਜਿਹੜੇ ਰਿਜ਼ਲਟ ਰਹਿਣਗੇ। ਪਰ ਜਿਹੜਾ ਕੁਛ ਸਿੱਧੂ ਮੂਸੇ ਨਾਲ, ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਨਾਲ ਹੋਇਆ, ਉਹਦੇ 'ਚ ਤੁਸੀਂ ਸਰਕਾਰ ਦੀ ਗਲਤੀ ਮੰਨਦੇ ਹੋ? ਕਿੱਦਾਂ ਸਾਰੀਆਂ ਚੀਜ਼ਾਂ ਲੀਕ ਆਊਟ ਹੋਈਆਂ, ਕਿੱਦਾਂ ਸਾਹਮਣੇ, ਤੇ ਹਜੇ ਤੱਕ ਉਹ ਅਫਸਰਾਂ ਦਾ ਵੀ ਨਾਮ ਨਹੀਂ ਦੱਸਿਆ ਗਿਆ ਵੀ ਜਿਨ੍ਹਾਂ ਨੇ ਇਹ ਕਰੀਆਂ ਗਈਆਂ, ਉਹ ਵੀ ਪਬਲਿਕ ਜਨਤਕ ਤੌਰ ਤੇ। ਮੁੱਖ ਮੰਤਰੀ ਨੇ ਹਜੇ ਤੱਕ ਕੋਈ ਪ੍ਰੈਸ ਬਰੀਫ ਉਸ ਤਰ੍ਹਾਂ ਨਹੀਂ ਕੀਤਾ। ਨਹੀਂ ਦੇਖੋ, ਜਿੱਥੇ ਤੱਕ ਸਿੱਧੂ ਮੂਸੇਵਾਲਾ ਜੀ ਦਾ ਮਾਮਲਾ ਹੈ, ਦੇਖੋ ਉਹ ਬਹੁਤ ਹੀ ਦੁਖਦ ਘਟਨਾ ਆ, ਦਰਦਨਾਕ ਘਟਨਾ ਆ, ਅਫਸੋਸਜਨਕ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਬੜਾ ਉੱਭਰਦਾ ਸਿਤਾਰਾ ਸੀ। ਉਹਦੇ ਨੋ ਡਾਊਟ ਸਿਕਿਉਰਿਟੀ ਨੂੰ ਲੈ ਕੇ ਜਾਂ ਉਹ ਸਿਕਿਉਰਿਟੀ ਨੂੰ ਹਟਾਉਣ ਨੂੰ ਲੈ ਕੇ ਜਿਹੜੀ ਸਾਰੀ ਗੱਲ ਮੀਡੀਆ 'ਚ ਆਈ ਆ, ਉਹਦੇ ਬਾਰੇ ਤੇ ਆਲਰੇਡੀ ਪਾਰਟੀ ਨੇ ਵੀ ਕਲੀਅਰ ਕੀਤਾ, ਸਰਕਾਰ ਨੇ ਵੀ ਕੀਤਾ ਹੈ। ਲੇਕਿਨ ਮੈਂ ਕਹਿੰਦਾ ਵੀ ਉਹ ਤਾਂ ਬੜੀ ਅਨਫੋਰਚੂਨੇਟ ਘਟਨਾ ਇਹੋ ਜਿਹੀ ਹੋਈ ਆ। ਨੋ ਡਾਊਟ ਇਹੋ ਜਿਹੀਆਂ ਨਹੀਂ ਹੋਣੀਆਂ ਚਾਹੀਦੀਆਂ, ਲੇਕਿਨ ਉਹ ਜਿਹੜੀ ਸਾਰੀ ਔਰ ਇਨਵੈਸਟੀਗੇਸ਼ਨ ਚੱਲ ਰਹੀ ਆ, ਜਿਸ ਤਰ੍ਹਾਂ ਦੇ ਬਾਅਦ 'ਚੋਂ ਕੌਨਸੀਕੁਐਂਸਿਸ 'ਚ ਗੱਲਬਾਤ ਨਿਕਲ ਕੇ ਆਈ ਆ, ਤਾਂ ਮੈਨੂੰ ਲੱਗਦਾ ਵੀ ਇੱਕ ਜਿਹੜਾ ਆਰਗੇਨਾਈਜ਼ ਕ੍ਰਾਈਮ ਪੰਜਾਬ 'ਚ ਪਿਛਲੇ ਸਾਲਾਂ 'ਚ ਬਣਾਇਆ ਗਿਆ, ਡਿਵੈਲਪ ਕੀਤਾ ਗਿਆ, ਪੈਟਰੋਨਾਈਜ਼ ਕੀਤਾ ਗਿਆ, ਉਹਦਾ ਸ਼ਿਕਾਰ ਜਿਹੜਾ ਹੈ ਪੰਜਾਬੀ ਜਗਤ ਦਾ ਵੱਡਾ ਸਿਤਾਰਾ ਹੋ ਗਿਆ। ਪਰ ਸਿਕਿਉਰਿਟੀ ਵਾਲੀ ਗੱਲ ਲੀਕ ਕਰਨਾ, ਉਹਨੂੰ ਗਲਤੀ ਨਹੀਂ ਮੰਨਦੇ ਤੁਸੀਂ? ਨਹੀਂ, ਸਿਕਿਉਰਿਟੀ ਵਾਲੀ ਗੱਲ ਲੀਕ, ਦੇਖੋ ਜਾਂ ਸਿਕਿਉਰਿਟੀ ਵਾਪਸ ਲੈਣਾ, ਤੁਸੀਂ ਕਹਿ ਰਹੇ ਹੋ ਵੀ ਵੱਡੇ ਬੰਦਿਆਂ ਨੂੰ ਪ੍ਰੋਟੈਕਟ ਕਰਨਾ ਸਾਡਾ ਫਰਜ਼ ਆ, ਤੇ ਉਹ ਤਾਂ ਬਹੁਤ ਨਾਮਵਰ ਸਿੰਗਰ ਸੀ। ਡੈਫੀਨੇਟਲੀ, ਨੋ ਡਾਊਟ, ਲੇਕਿਨ ਉਹਦੇ ਕੋਲ ਸਿਕਿਉਰਿਟੀ ਸੀਗੀ। ਹੁਣ ਉਹ ਜਿਹੜੇ ਉਹਦੇ ਕੋਲ ਸੀਗੇ ਉਹ ਵੀ ਤਾਂ ਨਹੀਂ ਉਸ ਦਿਨ ਨਾਲ ਲੈ ਕੇ, ਅਨਫੋਰਚੂਨੇਟਲੀ ਉਹ ਵੀ ਨਾਲ ਨਹੀਂ ਲੈ ਕੇ ਗਿਆ। ਲੇਕਿਨ ਮੈਂ ਉਹਨੂੰ ਜਸਟੀਫਾਈ ਨਹੀਂ ਕਰਦਾ। ਦੇਖੋ ਉਸ ਭਰਪਾਈ ਤੇ ਕੋਈ ਨਹੀਂ ਕਰ ਸਕਦਾ। ਲੇਕਿਨ ਇਹ ਗੱਲ ਬੜੀ ਸਪਸ਼ਟ ਹੈ ਰਤਨ, ਜੋ ਕੋਈ ਮਰਜ਼ੀ ਕਹੀ ਜਾਵੇ, ਜਿਸ ਦਰਦਨਾਕ ਮੌਤ ਦਾ ਉਹ ਸ਼ਿਕਾਰ ਹੋਇਆ,
ਉਹਦੇ ਪਿੱਛੇ ਜਿਹੜੀ ਪੂਰੀ ਇੱਕ ਕਵਾਇਦ ਰਹੀ ਆ ਜਾਂ ਇੱਕ ਪੈਟਰੋਨੇਜ ਰਿਹਾ ਹੈ, ਉਹ ਪਿਛਲੇ ਲੰਬੇ ਟਾਈਮ ਤੋਂ, ਕਈ ਸਾਲਾਂ ਤੋਂ, ਈਵਨ ਦੋਨੋਂ ਸਰਕਾਰਾਂ, ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ, ਉਹ ਇੱਕ ਪੂਰੀ ਸੀਰੀਜ਼ ਆਫ ਕ੍ਰਾਈਮ ਹੈ। ਹਾਂ, ਉਹ ਵਿਚਾਰੇ ਦਾ ਕੋਈ ਇਹਦੇ 'ਚ ਲੈਣਾ ਦੇਣਾ ਨਹੀਂ ਸੀ, ਉਸ ਚੀਜ਼ ਦਾ ਸ਼ਿਕਾਰ ਹੋਇਆ ਹੈ। ਉਸ ਤੋਂ ਪਹਿਲਾਂ ਕਿੰਨੇ ਇੰਸੀਡੈਂਟ ਹੋਏ, ਕਿੰਨੇ ਕਤਲ ਹੋਏ ਨੌਜਵਾਨਾਂ ਦੇ, ਈਵਨ ਪੋਲੀਟੀਕਲ ਆਫਸਰਸ ਦੇ ਵੀ ਹੋਏ ਆ। ਪਰ ਕੰਗ ਸਾਹਿਬ ਦੁੱਖ ਦੀ ਪਰ ਮੈਂ ਇਹਨੂੰ ਇਹ ਨਹੀਂ ਕਹਿੰਦਾ, ਮੈਂ ਉਹਨੂੰ ਜਸਟੀਫਾਈ ਨਹੀਂ ਕਰ ਰਿਹਾ, ਮੈਂ ਤੇ ਉਹਦੇ ਲਈ ਅਫਸੋਸ ਹੀ ਕਰ ਰਿਹਾ। ਮੁੱਖ ਮੰਤਰੀ ਜੀ ਨੇ ਵੀ ਕੀਤਾ, ਅਸੀਂ ਵੀ ਕੀਤਾ, ਔਰ ਅਨਫੋਰਚੂਨੇਟਲੀ ਉਹ ਸਾਡੇ ਹੱਥੋਂ ਚਲੇ ਗਿਆ, ਜੋ ਬਹੁਤ ਪੰਜਾਬ ਵਾਸਤੇ, ਪੰਜਾਬੀ ਵਾਸਤੇ, ਮਾਂ ਬੋਲੀ ਵਾਸਤੇ ਬੜਾ ਵੱਡਾ ਘਾਟਾ ਹੈ। ਪਰ ਕੰਗ ਸਾਹਿਬ ਸਿਰਫ ਉਸ ਕਲਾਕਾਰ ਦਾ ਹੀ ਨਹੀਂ, ਬਹੁਤ ਸਾਰੇ ਜਿਹੜੀਆਂ ਸਿਵਿਆਂ ਦੀਆਂ ਲਾਟਾਂ ਗਈਆਂ ਉੱਚੀਆਂ ਉੱਠੀਆਂ ਗਈਆਂ। ਭਗਵੰਤ ਮਾਨ ਜੀ ਪਹਿਲਾਂ ਖੁਦ ਕਹਿੰਦੇ ਹੁੰਦੇ ਸੀ ਵੀ ਚੁੱਲ੍ਹਿਆਂ ਦੀਆਂ ਲਾਟਾਂ ਨਾਲੋਂ ਸਿਵਿਆਂ ਦੀਆਂ ਲਾਟਾਂ ਬਹੁਤ ਉੱਚੀਆਂ ਗਈਆਂ ਇਸ ਦੇਸ਼ ਪੰਜਾਬ ਦੇ ਵਿੱਚ, ਪਰ ਤੁਹਾਡੀ ਸਰਕਾਰ ਦੇ ਵਿੱਚ ਜਿਹੜਾ ਇਹ ਖਾਸ ਕਰਕੇ ਲੈ ਕੇ ਹੋਇਆਗਾ, ਇਦਾਂ ਦੀਆਂ ਚੀਜ਼ਾਂ ਹੋਈਆਂ ਗਈਆਂ, ਇਹ ਕਿਉਂ ਨਹੀਂ? ਦੇਖੋ ਫਰਕ ਲਾਅ ਐਂਡ ਆਰਡਰ ਤੇ ਕੰਟਰੋਲ ਨਹੀਂ ਰਿਹਾ। ਨਹੀਂ, ਲਾਅ ਐਂਡ ਆਰਡਰ ਤੇ ਇਸ ਟਾਈਮ ਜਿਹੜੇ ਮੌਜੂਦਾ ਡੀਜੀਪੀ ਹੈ, ਪਹਿਲਾ ਐਸਾ ਡੀਜੀਪੀ ਹੈ ਜਿਹੜਾ ਚੰਡੀਗੜ੍ਹ 'ਚ ਨਹੀਂ ਬੈਠ ਰਿਹਾ, ਜ਼ਿਲ੍ਹਿਆਂ 'ਚ ਜਾ ਕੇ ਆਪ ਤਫਤੀਸ਼ ਦੇਖ ਰਹੇ, ਆਪ ਪੂਰਾ ਕੰਟਰੋਲ ਦੇਖ ਰਹੇ ਆ। ਲੇਕਿਨ ਜੇ ਤੁਸੀਂ ਕਹੋ ਵੀ ਐਡੀ ਵੱਡੀ ਪੁਰਾਣੀ ਬਿਮਾਰੀ ਔਰ ਰਾਤੋਂ ਰਾਤ ਅਸੀਂ ਠੀਕ ਕਰ ਦਈਏ, ਇਹੀ ਜਿਹੜੇ ਅਕਿਊਜ਼ ਸੀਗੇ ਮੁੰਡੇ, ਜਿਹੜੇ ਨੌਜਵਾਨ ਬੇਸਿਕਲੀ ਤੇ ਸਾਰੇ ਚੰਗੇ ਘਰਾਂ ਦੇ ਨੌਜਵਾਨ ਸੀ, ਕੋਈ ਸਪੋਰਟਸ ਸਕੂਲ ਜਲੰਧਰ ਦਾ ਸੀ, ਕੋਈ ਡੀਏਵੀ ਦਾ ਸੀ, ਇਹਨਾਂ ਨੂੰ ਰਾਜਨੀਤਿਕ ਲੋਕਾਂ ਨੇ ਇਸਤੇਮਾਲ ਕੀਤਾ, ਇਹਨਾਂ ਨੂੰ ਕ੍ਰਾਈਮ ਦੀ ਦੁਨੀਆ 'ਚ ਧੱਕਿਆ, ਫਿਰ ਇਹ ਉਹਨਾਂ ਦੇ ਹੱਥ ਵੱਸ 'ਚੋਂ ਬਾਹਰ ਹੋ ਗਏ, ਇਹ ਜੁਰਮ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਹੋ ਗਏ। ਇਹਨਾਂ ਨੂੰ ਤਾਂ ਪਹਿਲਾਂ ਕੋਈ ਇਹਨਾਂ ਦਾ ਰਿਮਾਂਡ ਵੀ ਨਹੀਂ ਲੈ ਕੇ ਤਿਆਰ ਸੀ ਕੋਈ ਸਰਕਾਰ, ਹੁਣ ਸਾਰੇ ਫੜੇ ਵੀ ਗਏ ਆ, ਰਿਮਾਂਡ ਵੀ ਲਿਆ ਜਾ ਰਿਹਾ, ਤਿਹਾੜ ਤੋਂ ਵੀ ਲਿਆਂਦੇ ਜਾ ਰਹੇ ਆ। ਸੋ ਸਰਕਾਰ ਦੀ ਜਿਹੜੀ ਕਵਾਇਦ ਹੁੰਦੀ ਹੈ ਇੱਕ ਗੰਭੀਰਤਾ ਨਾਲ, ਸੰਜੀਦਗੀ ਨਾਲ, ਵਿਦਆਊਟ ਫੇਵਰਿਜ਼ਮ, ਉਹ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ। ਲੇਕਿਨ ਅਨਫੋਰਚੂਨੇਟਲੀ ਮੂਸੇਵਾਲਾ ਸਾਹਿਬ ਦਾ ਐਸਾ ਇੰਸੀਡੈਂਟ ਹੋ ਗਿਆ ਜਿਹਦੇ ਨਾਲ ਮੈਨੂੰ ਲੱਗਦਾ ਹੈ ਵੀ ਜੇ ਉਸ ਬੰਦੇ ਦਾ ਘਾਟਾ ਤੇ ਖੈਰ ਕੋਈ ਪੂਰਾ ਨਹੀਂ ਕਰ ਸਕਦਾ, ਲੇਕਿਨ ਸਰਕਾਰ ਦੀ ਇਹ ਕੋਸ਼ਿਸ਼ ਹੈ ਆਉਣ ਵਾਲੇ ਟਾਈਮ 'ਚ ਇਹੋ ਜਿਹੀ ਕੋਈ ਵਾਰਦਾਤ ਪੰਜਾਬ 'ਚ ਨਾ ਹੋਵੇ। ਉਹਦੇ ਲਈ ਚਾਹੇ ਉਹ ਡੀਜੀ ਸਾਹਿਬ ਹੈ, ਮੁੱਖ ਮੰਤਰੀ ਜੀ ਹੈ, ਚਾਹੇ ਸਰਕਾਰ ਦੀਆਂ ਬਾਕੀ ਏਜੰਸੀਆਂ ਲੱਗੀਆਂ ਹੋਈਆਂ ਹੈ। ਚੁੱਲ੍ਹਿਆਂ ਦੀ ਅੱਗ ਦੀ ਗੱਲ ਕੀਤੀ, ਦੇਖੋ ਕੱਲ੍ਹ ਵੀ ਫਾਰਮਰਸ ਲੀਡਰ ਨਾਲ ਗੱਲ ਹੋਈ, ਸਭ ਤੋਂ ਵੱਡੀ ਸਮੱਸਿਆ ਤੇ ਜਿਹੜੀ ਸਾਡੇ ਪਿੰਡੂ ਏਰੀਆ ਸੀਗੇ, ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਧਰਨਾ ਫਰੀ ਪੰਜਾਬ ਨੂੰ ਬਣਾਈਏ। ਪਿਛਲੇ ਦਿਨਾਂ 'ਚ ਮਹੀਨਾ ਪਹਿਲਾਂ ਵੀ ਕਿਸਾਨ ਜਦੋਂ ਆਏ ਸੀ, ਸਾਰੀਆਂ ਮੰਗਾਂ ਨਾਲ ਦੀ ਨਾਲ ਮੰਨ ਕੇ ਉਹਨਾਂ ਨੂੰ ਘਰ ਤੋਰਿਆ ਸੀ। ਕੱਲ੍ਹ ਵੀ ਮੁੱਖ ਮੰਤਰੀ ਜੀ ਨੇ ਹੁਣ ਕਈ ਸਾਲਾਂ ਤੋਂ ਪੈਂਡਿੰਗ ਗੰਨੇ ਦੀ ਪੇਮੈਂਟ ਕਿਸਾਨਾਂ ਦੀ, ਉਹ ਨਾ ਕਾਂਗਰਸ ਨੇ ਦਿੱਤੀ ਸੀ ਨਾ ਅਕਾਲੀਆਂ ਨੇ ਦਿੱਤੀ ਸੀ, ਕਿਉਂਕਿ ਇਹਨਾਂ ਦੀ ਹਿੱਸੇਦਾਰੀ ਸੀ ਸ਼ੂਗਰ ਮਿਲਾਂ 'ਚ। ਮਾਨ ਸਾਹਿਬ ਨੇ ਖੜੇ ਪੈਰ ਫੈਸਲਾ ਲਿਆ। ਸੋ ਮੈਨੂੰ ਲੱਗਦਾ ਹੈ ਵੀ ਜੇ ਤੁਸੀਂ ਕਹੋ ਵੀ 4 ਮਹੀਨਿਆਂ 'ਚ ਜਾਂ 5 ਮਹੀਨਿਆਂ 'ਚ ਤੁਸੀਂ 60-70 ਸਾਲ 'ਚ ਜਿਹੜੀ ਇੱਕ ਪੂਰੀ ਇੱਕ ਨੈਕਸਸ ਬਣਿਆ ਉਹਨੂੰ ਖਤਮ ਕਰ ਦਈਏ, ਤੇ ਇਹ ਪੋਸੀਬਲ ਨਹੀਂ। ਤਾਂ ਹੀ ਮੁੱਖ ਮੰਤਰੀ ਜੀ ਵਾਰ-ਵਾਰ ਕਹਿੰਦੇ ਥੋੜਾ ਸਮੇਂ ਦਿਓ। ਲੇਕਿਨ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਬਣਾਈਆਂ, ਤਾਂ ਇਹ ਗੱਲ ਤੇ ਸਪਸ਼ਟ ਹੁੰਦੀ ਹੈ ਕਿ ਸਰਕਾਰ ਦੀ ਨੀਅਤ ਸਾਫ਼ ਹੈ। ਚੰਗੀ ਗੱਲ ਆ, ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਰਹੇ ਹੋ, ਪਰ ਜਿਹੜੇ ਨੌਜਵਾਨ ਜਾਂ ਬੇਰੁਜ਼ਗਾਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਬੈਠੇ ਨੇ, ਉਹਨਾਂ ਦੇ ਡਾਂਗਾਂ ਸੋਟੀਆਂ ਤੇ ਕੀ ਕਹਿੰਦੇ ਹੁੰਦੇ ਆ ਵੀ ਸਾਰਾ ਦਿਨ ਉਹਨਾਂ ਨੂੰ ਇਹੋ ਜਿਹੇ ਮਾਹੌਲ ਦੇ ਵਿੱਚ ਕੋਈ ਵੀ ਨਹੀਂ ਉਹਨਾਂ ਨੂੰ ਮਿਲਦਾ। ਕੰਗ ਸਾਹਿਬ, ਉਹਦਾ ਹੱਲ ਕੌਣ? ਹੁਣ ਮੇਰੀ ਸੁਣ ਲਓ, ਹੁਣ ਮੇਰੀ ਸੁਣ। ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਜਦੋਂ ਮੈਂ ਮੁੱਖ ਮੰਤਰੀ ਬਣਿਆ ਤੇ ਮੇਰਾ ਹਰਾ ਪੈਨ ਪਹਿਲਾਂ ਨੌਜਵਾਨਾਂ ਦੀ ਨੌਕਰੀ ਦੇਣ ਲਈ ਚੱਲੂਗਾ, ਔਰ ਉਹ ਚੱਲਿਆ ਵੀ। ਲੇਕਿਨ ਸਰਕਾਰ ਦਾ ਨੌਕਰੀਆਂ ਦੇਣ ਦੀ ਗੱਲ ਹੈ, ਐਮਪਲੋਇਮੈਂਟ ਦੇਣ ਦੀ ਇੱਕ ਪ੍ਰੋਸੀਜਰ ਹੈ ਜਿਹੜਾ ਕਿ ਸੰਵਿਧਾਨਿਕ ਤੌਰ ਤੇ ਸਾਨੂੰ ਉਹ ਫੋਲੋ ਕਰਨਾ ਪੈਂਦਾ। 36,000 ਕੱਚੇ ਮੁਲਾਜ਼ਮ ਹੈ, ਜਿਨ੍ਹਾਂ ਚੋਂ ਇਹ ਪ੍ਰੋਟੈਸਟ ਕਰਨ ਵਾਲੇ ਵੀ ਸਾਡੇ ਸਾਥੀ ਆ ਜਾਂਦੇ ਆ। ਲੇਕਿਨ ਹੋਇਆ ਕੀ ਆ ਰਤਨ, ਔਰ ਇਹਨਾਂ 'ਚ ਜਿਹੜੇ ਸੰਜੀਦਾ ਲੋਕ ਹੈ, ਜਿਹੜੇ ਤਾਂ ਕੁਝ ਪੋਲੀਟੀਕਲ ਮੋਟੀਵੇਟਡ ਹੈ, ਉਹਨਾਂ ਦੀ ਮੈਂ ਗੱਲ ਨਹੀਂ ਕਰਦਾ, ਜਿਹੜੇ ਵਾਕਈ ਵਿਚਾਰੇ ਅਨਐਮਪਲੋਇਡ ਹੈ ਜਾਂ ਕੱਚੇ ਆ, ਉਹਨਾਂ ਨਾਲ ਤੁਸੀਂ ਆਫ ਦਾ ਰਿਕਾਰਡ ਗੱਲ ਕਰੋਗੇ ਨਾ, ਉਹ ਦੱਸਣਗੇ ਵੀ ਪਹਿਲਾਂ ਨੌਕਰੀਆਂ ਦੇ ਦਿੰਦੇ ਸੀ, ਬਾਅਦ 'ਚ ਲੋਕ ਦੂਜਾ ਬੰਦਾ ਕੋਰਟ ਜਾ ਕੇ ਇੰਨੀਆਂ ਲੀਗਲ ਕੰਪਲਿਕੇਸ਼ਨਾਂ ਪਾ ਦਿੰਦਾ ਸੀ, ਇੰਨੇ ਅੜੰਗੇ ਖੜੇ ਹੋ ਜਾਂਦੇ ਸੀ ਵੀ ਸਾਰੀ ਮਸਲਾ ਜਿਹੜੀ ਸਾਰੀ ਉਹ ਕਵਾਇਦ ਹੈ ਉਹ ਪੈਂਡਿੰਗ ਕੋਰਟ ਸਬ ਜੁਡਿਸ ਹੋ ਜਾਂਦੀ। ਪਰ ਕੰਗ ਸਾਹਿਬ ਜੇ ਸਦਕੇ ਜਿਹੜਾ ਪ੍ਰੋਸੀਜਰ ਆ ਉਹ ਕਰੋ, ਠੀਕ ਹੈ, ਸਾਰਾ ਨੌਕਰੀਆਂ ਵਾਲਾ ਪ੍ਰੋਸੀਜਰ ਪੂਰਾ ਕਰੋ, ਪਰ ਡਾਂਗਾ ਸੋਟੀਆਂ ਮਾਰਨਾ ਜਾਂ ਉਹਨਾਂ ਨੂੰ ਇੱਕ ਆਤਮ ਹੱਤਿਆ ਵਾਲੀ ਸਿਚੁਏਸ਼ਨ ਤੇ ਜਿਸ ਲੜਕੀ ਨੂੰ ਕੇਜਰੀਵਾਲ ਸਾਹਿਬ ਨੇ ਆਪਣੀ ਭੈਣ ਕਿਹਾ, ਉਸ ਭੈਣ ਨੂੰ ਧੱਕੇ ਮਾਰ ਕੇ ਘੜੀਸ ਕੇ ਸੜਕ ਤੋਂ ਇੱਕ ਬੱਸਾਂ ਦੇ ਵਿੱਚ ਸੁੱਟਿਆ ਗਿਆ। ਵਾਰ-ਵਾਰ ਮੁੱਖ ਮੰਤਰੀ ਜੀ ਨੇ ਇਹ ਗੱਲ ਕਹੀ, ਯਾਰ ਥੋੜਾ ਸਾਨੂੰ ਸਮਝ ਦਿਓ, ਅਸੀਂ ਤੁਹਾਡੇ ਲਈ ਲੱਗੇ ਹੋਏ। ਈਵਨ ਮੁੱਖ ਮੰਤਰੀ ਜੀ ਦਾ ਇਹ ਕਹਿਣਾ ਕਿ ਤੁਹਾਡਾ ਕੇਸ ਤੇ ਮੈਂ ਲੜ ਰਿਹਾ, ਉਹ ਲੜ ਰਿਹਾ। ਸਬ ਕਮੇਟੀ ਜਿਹੜੀ ਚੀਮਾ ਸਾਹਿਬ ਦੀ ਅਗਵਾਈ 'ਚ ਬਣੀ, ਉਹ ਇਹ ਸਾਰੀਆਂ ਲੀਗਲ ਕੰਪਲਿਕੇਸ਼ਨਾਂ ਖਤਮ ਹੋਣ, ਤਾਂ ਕਿ ਜਿਹੜੇ ਲੋਕਾਂ ਨੂੰ ਅਪਾਇੰਟਮੈਂਟ ਲੈਟਰ ਮਿਲੇ ਉਹ ਬਾਅਦ 'ਚ ਭਟਕਦੇ ਨਾ ਫਿਰਨ
ਕਦੀ ਇਨਕਰੀਮੈਂਟ ਵਾਸਤੇ, ਕਦੀ ਪ੍ਰੋਬੇਸ਼ਨ ਪੀਰੀਅਡ ਖਤਮ ਹੋ ਗਿਆ ਤਾਂ ਵੀ ਪੱਕੇ ਨਹੀਂ ਹੋਏ, ਤੇ ਕਦੀ ਉਹਨਾਂ ਨੂੰ ਜੁਆਇਨਿੰਗ ਨਹੀਂ ਹੁੰਦੀ। ਸੋ ਅਸੀਂ ਚਾਹੁੰਦੇ ਹਾਂ ਇਹ 36 ਦੇ 36,000 ਮੁਲਾਜ਼ਮ ਹੈ ਸਾਡਾ ਵਾਅਦਾ, ਔਰ ਮੈਨੂੰ ਲੱਗਦਾ ਵੀ ਆਹ ਫਾਈਨੈਂਸ਼ੀਅਲ ਈਅਰ ਦੇ ਪਹਿਲਾਂ ਉਹਨਾਂ ਨੂੰ ਜੌਬ ਲੈਟਰ ਮਿਲ ਜਾਣਗੇ। ਲੇਕਿਨ ਜੇ ਕੋਈ ਬੰਦਾ ਪੋਲੀਟੀਕਲ ਕਿਸੇ ਬੰਦੇ ਦਾ ਭੜਕਾਇਆ ਹੋਇਆ ਫਿਰ ਵੀ ਕਹੀ ਜਾਵੇ ਅੱਜ ਹੀ ਕਰੋ, ਅੱਜ ਇਹ ਨਹੀਂ ਕਰ ਸਕਦਾ। ਇਹ ਤੇ ਵਾਰ-ਵਾਰ ਮੁੱਖ ਮੰਤਰੀ, ਇਸ ਤੋਂ ਵੱਧ ਕੋਈ ਮੁੱਖ ਮੰਤਰੀ ਕੀ ਕਹਿ ਸਕਦਾ। ਜਦੋਂ ਉਹਨੇ ਇਹੀ ਕਹਿਤਾ ਉਦੋਂ ਸੈਕਟਰੀਏਟ ਦੇ ਬਾਹਰ ਸੀਐਮ ਸਾਹਿਬ ਨੇ ਕੈਬਨਿਟ ਤੋਂ ਬਾਅਦ ਚ ਕਹੀ ਇਹ ਗੱਲ ਬਰੀਫ ਕਰਦੇ ਮੀਡੀਆ ਨੂੰ ਵੀ ਯਾਰ ਤੁਹਾਡਾ ਕੇਸ ਮੈਂ ਲੜ ਰਿਹਾ, ਚਲੋ ਜੇ ਮੈਨੂੰ ਟਾਈਮ ਦਿਓ। ਜੇ ਕਿਸੇ ਦਾ ਪੋਲੀਟੀਕਲੀ ਵੀ ਭੜਕਾਇਆ ਵਾ, ਪਰ ਡਾਂਗਾਂ ਦਾ ਕੋਈ ਹੱਲ ਨਹੀਂ, ਕੋਈ ਹੱਲ ਨਹੀਂ। ਕਦੀ ਅਸੀਂ ਜਸਟੀਫਾਈ ਨਹੀਂ ਕਰਦੇ ਡਾਂਗਾਂ ਨੂੰ, ਨਾ ਇਹ ਜਿਹੜੀ ਰਵਾਇਤ ਹੈ ਨਾ ਅਸੀਂ ਪਾਉਣੀ ਹੈ ਤੇ ਨਾ ਇਹਨੂੰ ਵਧਾਉਣਾ ਹੈ। ਲੇਕਿਨ ਮੈਨੂੰ ਲੱਗਦਾ ਮੁੱਖ ਮੰਤਰੀ ਤੇ ਭਰੋਸਾ ਹੋਣਾ ਚਾਹੀਦਾ, ਔਰ ਖਾਸ ਕਰ ਉਦੋਂ ਰਤਨ, ਔਰ ਇਹ ਗੱਲ ਤੁਹਾਡੇ ਦਰਸ਼ਕਾਂ ਨੂੰ, ਕਿ ਜਦੋਂ ਸਰਕਾਰ ਆਪਣੇ ਸਟਾਰਟਿੰਗ ਇਨੀਸ਼ੀਅਲ ਜਿਹੜਾ ਟਾਈਮ ਹੈ ਉਹ ਤੋਂ ਹੀ ਨੌਕਰੀਆਂ ਦੇਣ ਦੀ। ਅਦਰਵਾਈਜ਼ ਕੀ ਹੁੰਦਾ ਸੀ, ਜਦੋਂ ਸਰਕਾਰਾਂ ਜਾਣ ਵਾਲੀਆਂ ਹੁੰਦੀਆਂ ਸੀ ਨਾ, ਲਾਸਟ ਦੇ 6 ਮਹੀਨੇ ਰਹਿ ਜਾਂਦੇ ਸੀ, 5 ਮਹੀਨੇ ਰਹਿ ਜਾਂਦੇ, ਉਦੋਂ ਕੋਈ ਨੋਟੀਫਿਕੇਸ਼ਨ ਕਰ ਦੇਣਾ, ਕੋਈ ਐਡ ਲਾ ਦੇਣੀ ਵੀ ਨੌਕਰੀਆਂ ਦੇਣ ਲੱਗੇ ਆ। ਜਿਸ ਤਰ੍ਹਾਂ ਚੰਨੀ ਸਾਹਿਬ ਨੇ ਕਹਿਤਾ 36,000 ਮੁਲਾਜ਼ਮ ਪੱਕੇ, ਉਹ ਪਏ ਆ ਪੱਕੇ। ਸੋ ਅਸੀਂ ਤੇ ਸਰਕਾਰ ਬਣਨ ਦੇ 3 ਮਹੀਨੇ ਦੇ ਅੰਦਰ ਪਹਿਲਾਂ ਇਹ ਸਾਰਾ ਪ੍ਰੋਸੈਸ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਇਹ ਆ ਕਿ ਕਿੰਨੀ ਕੁ ਦੇਰ ਅਸੀਂ ਭੱਜ ਲਾਂਗੇ, ਭੱਜ ਸਕਦੇ ਹਾਂ। ਅਜੇ 5 ਸਾਲ ਸਰਕਾਰ ਹੈ ਨਾ, ਸਾਨੂੰ ਜਵਾਬ ਦੇਣਾ ਹੀ ਪਊਗਾ। ਇਸ ਕਰਕੇ ਸਰਕਾਰ ਦੀ ਨੀਅਤ ਸਾਫ਼ ਹੈ। ਲੀਗਲ ਕੰਪਲਿਕੇਸ਼ਨਾਂ ਕਰਕੇ ਟਾਈਮ ਲੱਗ ਰਿਹਾ। ਚੀਮਾ ਸਾਹਿਬ ਵਾਲੀ ਸਬ ਕਮੇਟੀ ਦੀ ਹਰ ਹਫਤੇ 2 ਜਾਂ 3 ਵਾਰ ਮੀਟਿੰਗ ਹੋ ਰਹੀ ਆ, ਤਾਂ ਕਿ ਪੂਰੇ ਪ੍ਰੋਸੀਜਰ ਨੂੰ ਫੋਲੋ ਕਰਕੇ ਇਹਨਾਂ ਨੂੰ, ਇਹ ਜਿੰਨੇ ਵੀ ਸਾਡੇ ਅਨਪਲੋਇਡ ਜਾਂ ਕੱਚੇ ਮੁਲਾਜ਼ਮ ਹੈ ਜਾਂ ਨੌਜਵਾਨ ਹੈ, ਮੁੰਡੇ ਕੁੜੀਆਂ ਨੂੰ ਨੌਕਰੀ ਦਿੱਤੀ। ਇੱਕ ਬੜਾ ਰੌਲਾ ਪਿਆ ਗਿਆ ਇਸ਼ਤਿਹਾਰਬਾਜ਼ੀ ਨੂੰ ਲੈ ਕੇ। ਕਹਿੰਦੇ ਗੁਜਰਾਤ ਦੇ ਵਿੱਚ, ਹਿਮਾਚਲ ਦੇ ਵਿੱਚ, ਹਰਿਆਣੇ ਦੇ ਵਿੱਚ ਧੜਾ ਇਸ਼ਤਿਹਾਰਬਾਜ਼ੀ ਦਿੱਤੀ ਗਈ, ਪੰਜਾਬ ਦੇ ਖਜ਼ਾਨੇ ਦਾ ਪੈਸਾ ਲੁਟਾਇਆ ਗਿਆ। ਕੀ ਲੱਗਦਾ ਦੇਖੋ ਜਿਹੜਾ ਕੰਮ ਗਰਾਊਂਡ ਤੇ ਹੋ ਰਿਹਾ ਉਹ ਲੋਕਾਂ ਨੂੰ ਇਸ਼ਤਿਹਾਰਬਾਜ਼ੀ ਕਰਕੇ ਦੱਸਣਾ ਜ਼ਰੂਰੀ ਹੈ? ਦੇਖੋ ਸਰਕਾਰ ਦਾ ਤੇ ਲੋਕ ਇਸ਼ਤਿਹਾਰ ਦੇਣਾ ਵੀ ਇੱਕ ਸਰਕਾਰ ਦੀ ਜਿਹੜੀ ਲੋਕਾਂ ਤੱਕ ਪਹੁੰਚ ਦਾ ਇੱਕ ਪ੍ਰੋਸੈਸ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ, ਤੇ ਕੋਈ ਬਹੁਤ ਜੱਗੋਂ 13ਵੀਂ ਗੱਲ ਨਹੀਂ ਹੋ ਰਹੀ। ਇਹ ਸਾਰੇ ਲੋਕ ਟੀਵੀ ਜਾਂ ਮਾਧਿਅਮ ਨਾਲ ਜਾਂ ਫੋਨ ਦੇ ਮਾਧਿਅਮ ਨਾਲ ਨਹੀਂ ਦੇਖ ਲੈਂਦੇ। ਇਸ਼ਤਿਹਾਰ ਦੇਣਾ ਇਹ ਪਹਿਲਾਂ ਵੀ ਦਿੰਦੇ ਰਹੇ ਔਰ ਅੱਗੇ ਵੀ ਦੇਣਾ, ਜਿਹੜੇ ਜਾਇਜ਼ ਹੈ। ਲੇਕਿਨ ਇਹਦੇ ਨਾਲ ਬਹੁਤ ਸਾਰੇ ਖਰਚਿਆਂ 'ਚ ਕਟੌਤੀ ਵੀ ਕੀਤੀ ਆ। ਲੇਕਿਨ ਐਵੇਂ ਕੋਈ ਹੁਣ ਸੁਖਪਾਲ ਖਹਿਰੇ ਵਰਗੇ ਜਾਂ ਰਾਜਾ ਵੜਿੰਗ ਵਰਗੇ ਖਾਮ ਕਿਤੋਂ ਲਿਆ ਕੇ ਇੱਕ ਫੋਰਜਰੀ ਡਾਕੂਮੈਂਟ ਪੇਸ਼ ਕਰ ਦਿੰਦੇ ਆ, ਔਰ ਉਹਦੇ 'ਚ ਕੋਈ ਸੱਚਾਈ ਨਹੀਂ ਹੁੰਦੀ, ਤੇ ਉਹਨੂੰ ਇੱਕ ਹਿੱਸਾ ਮੀਡੀਆ ਦਾ ਜਿਹੜਾ ਤੁਹਾਨੂੰ ਲੱਗਦਾ ਜਿਹੜੀਆਂ ਆਰਟੀਆਈਜ਼ ਪਾਈਆਂ ਜਿੰਨਾ ਤੁਹਾਡੀ ਸਰਕਾਰ ਦੇ ਹੀ ਉਹਦੇ ਵਿੱਚ ਆਉਂਦਾ ਹੈਗਾ, ਸਰਕਾਰੀ ਬੰਦਿਆਂ ਸਰਕਾਰੀ ਡਾਕੂਮੈਂਟ ਮੰਨਦੇ ਹੋ ਆਰਟੀਆਈ ਨੂੰ? ਯੈਸ ਡੈਫੀਨਿਟਲੀ। ਫਿਰ ਤੁਸੀਂ ਠੋਕੋ ਜੇ ਕਿਸੇ ਨੇ ਗਲਤ ਕਰਿਆ ਕੰਮ। ਠੋਕਰੇ ਆ ਜਿਹੜਾ ਦੇਖੋ, ਜਿਹੜਾ ਉਸ ਦਿਨ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਡਿਨਾਈ ਕੀਤਾ, ਸਿਕਿਉਰਿਟੀ ਨੂੰ ਲੈ ਕੇ ਗੱਲ ਆਈ, ਉਹ ਸਾਹਮਣੇ ਆਈ ਗਈ ਨਾ ਕਿ ਫੋਰਜਰੀ ਡਾਕੂਮੈਂਟਸ। ਉਸ ਤੋਂ ਬਾਅਦ ਕੀ ਹੋਇਆ, ਇੱਕ ਜਿਹੜੇ ਉਹ ਸਾਬਕਾ ਹੈਲਥ ਮਿਨਿਸਟਰ ਸੀਗੇ ਓਪੀ ਸੋਨੀ ਸਾਹਿਬ, ਅੰਮ੍ਰਿਤਸਰ ਵਾਲੇ ਜੀ, ਉਹਨਾਂ ਦੀ ਇੱਕ ਪਟੀਸ਼ਨ ਹੈ, ਉਹਦਾ ਡਾਕੂਮੈਂਟ ਚੱਕ ਕੇ ਆਰਟੀਆਈ ਦਾ ਬਣਾਈ ਜਾਂਦੇ ਆ। ਲੇਕਿਨ ਸਰਕਾਰ ਨੇ ਖਰਚੇ ਘਟਾਉਣ ਤੇ ਇੱਕ ਬਹੁਤ ਵੱਡੇ ਸਤਰ ਤੇ ਲਗਾਮ ਲਾਈ ਆ, ਚਾਹੇ ਉਹ ਸਰਕਾਰੀ ਦਫ਼ਤਰਾਂ ਦੇ ਖਰਚੇ ਆ, ਪੈਨਸ਼ਨਾਂ ਦੇ ਖਰਚੇ ਆ। ਅੱਜ ਪੀਪੀਐਸਸੀ ਦੇ ਮੈਂਬਰ 10 ਤੋਂ 5 ਕਰਤੇ, ਉਹ ਵੀ ਇਸ ਦਿਸ਼ਾ 'ਚ ਹੀ ਆ ਕਿ ਪੰਜਾਬ ਦਾ ਜਿਹੜਾ ਪੈਸਾ ਆ ਉਹਨੂੰ ਬਚਾ ਕੇ ਫਿਰ ਲੋਕਾਂ ਦੇ ਵੈਲਫੇਅਰ ਤੇ ਲਾਇਆ। ਪਰ ਵਿਰੋਧੀ ਤਾਂ ਕਹਿੰਦੇ ਆ ਵੀ ਸਰਕਾਰ ਦੇ ਖਰਚੇ ਨਹੀਂ ਘਟੇ, ਸਰਕਾਰ ਨੇ ਤਾਂ ਖਰਚੇ ਵਧਾਤੇ। ਆਏ ਦਿਨ ਸਲਾਹ ਲੈਣ ਲਈ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ ਜਾਣਾ ਪੈਂਦਾ। ਦੇਖੋ, ਵਿਰੋਧੀਆਂ ਦੀ ਕ੍ਰੈਡੀਬਿਲਟੀ ਔਰ ਉਹਨਾਂ ਦੀ ਜਿਹੜੀ ਅਕਾਊਂਟੇਬਿਲਟੀ ਆ, ਜਾਂ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਪਿਛਲੇ ਸਾਲਾਂ 'ਚ ਰਹੀ ਆ, ਉਹ 'ਚ ਇੰਨੀ ਗਿਰਾਵਟ ਹੈ ਕਿ ਉਹਨੂੰ ਕੋਈ ਭਰੋਸਾ ਕਰਨ ਲਈ ਉਹਨਾਂ 'ਤੇ ਤਿਆਰ ਨਹੀਂ। ਉਹਨਾਂ ਨੂੰ ਤੇ ਖਬਰਾਂ 'ਚ ਰਹਿਣ ਵਾਸਤੇ ਕੋਈ ਨਾ ਕੋਈ ਫੋਰਜਰੀ ਡਾਕੂਮੈਂਟ ਪੇਸ਼ ਕਰਤਾ, ਜਾਂ ਝੂਠ ਬੋਲਤਾ, ਜਾਂ ਖਾਮ ਦਾ ਇੱਕ ਪ੍ਰੋਪੋਗੰਡਾ ਰਚਤਾ, ਤੇ ਮੈਨੂੰ ਨਹੀਂ ਲੱਗਦਾ। ਲੇਕਿਨ ਅਸੀਂ ਪੰਜਾਬ ਦੇ ਲੋਕਾਂ ਦੇ ਜਵਾਬਦੇਹ ਹਾਂ, ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਇੱਕ ਪੈਸੇ ਦਾ, ਹੁਣ ਤੁਸੀਂ ਫੋਰ ਐਗਜ਼ਾਮਪਲ, ਹੁਣ ਪਿਛਲੇ ਦਿਨਾਂ 'ਚ ਇਹਨਾਂ ਨੇ ਰੌਲਾ ਪਾਤਾ ਕਿ 8,000 ਕਰੋੜ ਦਾ ਕਰਜ਼ਾ ਲੈ ਲਿਆ। 3 ਲੱਖ ਕਰੋੜ ਦਾ ਪੰਜਾਬ ਤੇ ਕਰਜ਼ਾ ਹੈ ਰਤਨ ਜੀ। ਉਹ ਕਰਜ਼ੇ ਦੀ ਕਿਸ਼ਤ ਵਿਆਜ ਦੇ ਰੂਪ 'ਚ ਹਰ ਮਹੀਨੇ ਜਾਣਾ ਹੈ ਨਾ, ਵਿਆਜ ਜਿਹੜਾ ਉਹ 'ਤੇ ਇੰਟਰਸਟ ਲੱਗ ਰਿਹਾ ਹੈ, ਉਹ ਤੇ ਸਰਕਾਰਾਂ ਨੂੰ ਦੇਣਾ ਹੀ ਪੈਣਾ। ਅਸੀਂ ਤਾਂ ਨਹੀਂ ਲੈ ਲਿਆ। ਹੁਣ ਉਹ ਇੰਟਰਸਟ ਦੇਣਾ ਕਿੱਥੋਂ ਆ? ਸਰਕਾਰ ਦੀ ਇਨਕਮ ਕਿੰਨੀ ਹੈ? ਲੇਕਿਨ 4 ਮਹੀਨਿਆਂ 'ਚ 8,000 ਅਗਰ ਕਰਜ਼ਾ ਲਿਆ ਤੇ 10,500 ਕਰਜ਼ਾ ਚੁਕਾਇਆ, ਯਾਨੀ ਕਿ 2500 ਕਰੋੜ ਪਲੱਸ ਕੀਤਾ ਸਰਕਾਰ ਨੇ, ਫਾਇਦੇ 'ਚ ਰਹੀ ਆ। ਇਹੀ ਤਾਂ ਤਰੀਕਾ ਆ। ਲੇਕਿਨ ਜੇ ਤੁਸੀਂ ਕਹੋ ਵੀ ਅੱਜ 3 ਲੱਖ ਕਰੋੜ ਦਾ ਕਰਜ਼ਾ ਵੀ ਖਤਮ ਹੋ ਜਾਊਗਾ ਤੇ ਸਾਰਾ ਕੁਝ ਬਦਲ ਜਾਊਗਾ, ਤੇ ਇਹ ਕਿਸ ਤਰ੍ਹਾਂ ਪੋਸੀਬਲ ਹੈ? ਜਿਹੜੇ ਇੰਨੀਆਂ ਵੱਡੀਆਂ 31,000 ਕਰੋੜ ਦਾ ਅਨਾਜ ਦਾ ਘੁਟਾਲਾ ਇਹਨਾਂ ਨੇ ਕੀਤਾ, ਸੀਸੀ ਲਿਮਟ ਆਈ, ਖਰਚਾ ਕਿਤੇ ਕਰਤਾ, ਉਹਦੀ 300 ਕਰੋੜ ਦੀ ਕਿਸ਼ਤ ਬਚ ਗਈ ਹੈ ਹਰ ਸਾਲ ਦੀ, ਉਹ ਕਿੱਥੋਂ ਦੇਣਾ? ਉਹਦਾ ਵਿਆਜ ਕਿੱਥੋਂ ਦੇਣਾ? ਉਹ ਤਾਂ ਦੇਣਾ ਹੀ ਪੈਣਾ ਨਾ, ਉਹ ਤਾਂ ਸੈਂਟਰ ਨੇ।
ਸੋ ਸਰਕਾਰ ਕੋਸ਼ਿਸ਼ ਇਹ ਕਰ ਰਹੀ ਹੈ ਘੱਟ ਪੈਸੇ ਨਾਲ ਵੱਧ ਜਿਹੜਾ ਕੰਮ ਚਲਾਇਆ ਜਾਵੇ ਔਰ ਪੰਜਾਬ ਦੇ ਲੋਕਾਂ ਤੇ ਹੁਣ 9000 ਏਕੜ ਜ਼ਮੀਨ ਜਿਹੜੀ ਛਡਾਈ ਹੈ 2000 ਏਕੜ ਵਿੱਚ ਜਿਹੜੇ ਪਿਛੜੇ ਔਰ ਦਲਿਤ ਪਰਿਵਾਰਾਂ ਦੀ ਹੈ ਇਹ ਜ਼ਮੀਨ ਤੇ ਜਿੱਥੇ ਕੁਝ ਹਿੱਸਾ ਫੋਰੈਸਟ ਜਿਹੜਾ ਏਰੀਆ ਵਾਸਤੇ ਰਿਜ਼ਰਵ ਰੱਖਿਆ ਜਾਣਾ ਕਿਉਂਕਿ ਫੋਰੈਸਟ ਏਰੀਆ ਪੰਜਾਬ ਦਾ ਹਿੰਦੁਸਤਾਨ 'ਚ ਸਭ ਤੋਂ ਘੱਟ ਗਿਆ। ਪਰ ਸੁਖਪਾਲ ਖਹਿਰਾ ਜੀ ਨੇ ਉੱਤੇ ਵੀ ਡਾਕੂਮੈਂਟ ਦਿਖਾਤਾ ਵੀ ਉੱਤੇ ਇੱਕ ਸਟੇ ਸੀਗੀ ਕੁਛ ਕੇ ਏਕੜ ਤੇ। ਸੁਖਪਾਲ ਖਹਿਰਾ ਜਸਟੀਫਾਈ ਕਰ ਰਹੇ ਆ ਜਿਹੜੇ ਜ਼ਮੀਂਦਾਰ ਰਸੂਖਦਾਰ ਵੱਡੇ ਘਰਾਣੇ ਪੋਲੀਟੀਕਲ ਆਪਸ 'ਚ ਰਿਸ਼ਤੇਦਾਰ ਅੰਗਰੇਜ਼ਾਂ ਦੇ ਜਿਹੜੇ ਸਿੰਪਥਾਈਜ਼ਰ ਰਹੇ ਉਹਨਾਂ ਨੂੰ ਬਚਾਉਣ ਦੀ ਗੱਲ ਹੈ। ਇਹ ਕੋਈ ਗਰੀਬਾਂ ਦੀ ਗੱਲ ਥੋੜੀ ਕਰ ਰਿਹਾ ਇਹ ਤੇ ਕਹਿਣਗੇ ਕਿਉਂਕਿ ਇਸ ਕਲਾਸ ਦੇ ਲੋਕਾਂ ਦੇ ਫਾਰਮ ਹਾਊਸ ਚੰਡੀਗੜ੍ਹ ਦੇ ਆਲੇ ਦੁਆਲੇ। ਪਰ ਵਿਰੋਧੀ ਤਾਂ ਇੱਥੋਂ ਤੱਕ ਕਹਿ ਰਿਹਾ ਵੀ ਮੀਡੀਆ ਦੀ ਵੀ ਸੰਗੀ ਕੁੱਟ ਰਹੀ ਆ ਆਮ ਆਦਮੀ ਪਾਰਟੀ। ਕਿਸ ਤਰ੍ਹਾਂ ਕੁੱਟ ਵੀ ਵੱਡੇ ਗੱਫੇ ਦੇ ਕੇ ਸੰਗੀ ਕੁੱਟ ਰਹੇ? ਨਹੀਂ ਇਹ ਸਾਰੀਆਂ ਮੈਨੂੰ ਲੱਗਦਾ ਹੈ ਵੀ ਕੋਈ ਵੀ ਸੱਚਾਈ ਕੋਈ ਨਹੀਂ, ਆਧਾਰਹੀਨ ਗੱਲਾਂ ਹੈ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਵੇਂ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਲੋਕਾਂ ਦੇ ਸਾਹਮਣੇ ਆ ਕੇ ਬੋਲਿਆ ਜਾਂਦਾ ਸੀਗਾ ਉਵੇਂ ਕਿਤੇ ਨਾ ਕਿਤੇ ਘਟ ਗਿਆ ਹੈਗਾ, ਕੁਝ ਹੋ ਗਿਆ ਹੈਗਾ? ਇਹ ਨਹੀਂ ਹੋਇਆ। ਨੋ ਡਾਊਟ ਜਦੋਂ ਤੁਸੀਂ ਸੱਤਾ 'ਚ ਹੁੰਦੇ ਹੋ ਸਰਕਾਰੀ ਦਫ਼ਤਰ 'ਚ ਹੁੰਦੇ ਹੋ ਤੇ ਤੁਹਾਨੂੰ ਕਾਗਜ਼ੀ ਕੰਮ ਬਹੁਤ ਜ਼ਿਆਦਾ ਕਰਨਾ ਪੈਂਦਾ। ਦੇਖੋ ਵਿਰੋਧੀ ਧਿਰ 'ਚ ਜਦੋਂ ਤੁਸੀਂ ਹੁੰਦੇ ਹੋ ਉਦੋਂ ਤੁਸੀਂ ਲੋਕਾਂ 'ਚ ਹੀ ਰਹਿੰਦੇ ਹੋ ਨੋ ਡਾਊਟ। ਔਰ ਹਰੇਕ ਡਿਪਾਰਟਮੈਂਟ ਨੂੰ ਚੁੱਕ ਲਓ, ਇੰਨੀਆਂ ਕੰਪਲੀਕੇਸ਼ਨਾਂ ਪਾਈਆਂ। ਹੈਲਥ ਡਿਪਾਰਟਮੈਂਟ ਦੀ ਗੱਲ ਕਰ ਲਓ, ਐਸਸੀ ਬੱਚਿਆਂ ਦੀ ਸਕਾਲਰਸ਼ਿਪ ਆਈ 1917 ਤੋਂ ਲੈ ਕੇ 2000 ਤੱਕ 2017 ਤੋਂ ਲੈ ਕੇ 2000 ਤੱਕ 3 ਸਾਲਾਂ 'ਚ 3000 ਕਰੋੜ ਰੁਪਈਆ ਆਇਆ, ਉਹਦਾ ਹਿਸਾਬ ਨਹੀਂ ਲੱਭ ਰਿਹਾ। 31000 ਨਾ CCL ਲਿਮਿਟ ਦਾ ਹਿਸਾਬ ਨਹੀਂ ਲੱਭ ਰਿਹਾ। ਆਯੁਸ਼ਮਾਨ ਯੋਜਨਾ ਜਿਹੜੀ ਜਿਹਦੇ ਸੈਂਟਰ ਨੇ ਪੈਸਾ ਦੇਣਾ ਉਹਦੇ 'ਚ ਕਈ ਤਰ੍ਹਾਂ ਦੇ ਘਪਲੇਬਾਜ਼ੀ ਸਾਹਮਣੇ ਆ ਰਹੀ ਹੈ। ਸੋ ਇੰਨੀਆਂ ਕੰਪਲੀਕੇਸ਼ਨ ਸਰਕਾਰ ਤੇ ਉਹਨੂੰ ਸਟ੍ਰੀਮਲਾਈਨ ਕਰ ਰਹੀ ਆ ਲੇਕਿਨ ਜਨਤਾ ਤੋਂ ਦੂਰੀ ਨਹੀਂ ਗਈ। ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਔਰ ਅੱਗੇ ਨਾਲੋਂ ਤੇ ਹੁਣ ਬਹੁਤ ਫਰਕ ਵੀ ਪਿਆ। ਹੁਣ ਸਾਡੀ ਲੀਡਰਸ਼ਿਪ ਵੀ ਕਿਉਂਕਿ ਜਿੱਦਾਂ ਚੰਡੀਗੜ੍ਹ ਦੇ ਦਫ਼ਤਰਾਂ 'ਚੋਂ ਵੇਲ ਮਿਲੂਗਾ ਅਸੀਂ ਲੋਕਾਂ ਜਾਣਾ, ਲੋਕਾਂ ਤੋਂ ਬਿਨਾਂ ਸਾਡਾ ਕੋਈ ਚਾਰਾ ਨਹੀਂਗਾ। ਨੋ ਡਾਊਟ ਸੱਤਾ 'ਚ ਰਹਿ ਕੇ ਤੁਸੀਂ ਕੁਝ ਟਾਈਮ ਤੁਹਾਨੂੰ ਸਰਕਾਰੀ ਸੈਕਟਰੀਏਟ ਦਫ਼ਤਰਾਂ 'ਚ ਫਾਈਲਾਂ ਤੇ ਕਾਗਜ਼ਾਂ ਤੇ ਉਸ ਸਾਰੇ ਪ੍ਰੋਸੈਸ 'ਚ ਲੱਗਦਾ ਹੈ। ਇਸ ਕਰਕੇ ਐਂ ਲੱਗ ਰਿਹਾ ਹੋ ਸਕਦਾ ਲੇਕਿਨ ਇਹ ਪਰਸੈਪਸ਼ਨ ਵੀ ਅਸੀਂ ਆਉਣ ਵਾਲੇ ਟਾਈਮ 'ਚ ਖਤਮ ਕਰਾਂਗੇ। ਕੰਗ ਸਾਹਿਬ ਜਿਹੜੇ ਲੋਕਾਂ ਨੇ ਉਮਰ ਲਾਤੀ ਪੰਜਾਬ ਪਿੱਛੇ ਵੱਡੇ ਬੁੱਧੀਜੀਵੀ ਨੇ ਉਹ ਕਹਿੰਦੇ ਆ ਵੀ ਸਰਕਾਰ ਪੜ੍ਹ ਕੇ ਵੀ ਨਹੀਂ ਜਾਂਦੀ। ਜੈਪੁਰ 'ਚ ਇੱਕ ਨਾਰਥ ਜ਼ੋਨ ਦੀ ਮੀਟਿੰਗ ਹੁੰਦੀ ਹੈ ਤੇ ਉਹਦੇ ਵਿੱਚ ਜਿਹੜੇ ਤੁਹਾਡੇ ਮੰਤਰੀ ਨੇ ਹਰਜੋਤ ਸਿੰਘ ਬੈਂਸ ਉਹ ਕਹਿੰਦੇ ਨੇ ਵੀ ਇੱਕ ਟਰੀਟੀ ਹੋਈ ਸੀ 1972 'ਚ ਪਰ ਉਹ ਟਰੀਟੀ ਹੋਈ ਆ 1960 'ਚ। ਇਹ ਵੱਡੇ ਆਰੋਪ ਲਾਏ ਨੇ GS ਢਿੱਲੋਂ ਸਾਹਿਬ ਨੇ, ਕਹਿੰਦੇ ਪਾਣੀ ਦੇ ਮੁੱਦੇ ਤੇ ਜ਼ੀਰੋ ਨੌਲੇਜ ਆ ਆਮ ਆਦਮੀ ਪਾਰਟੀ ਨੂੰ। ਦੇਖੋ ਚਲੋ ਨੋ ਡਾਊਟ ਢਿੱਲੋਂ ਸਾਹਿਬ ਨੂੰ ਇਸ ਮਾਮਲੇ 'ਚੋਂ ਮਹਾਰਤ ਹੈ ਔਰ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਕੋਲ ਟਾਈਮ ਲੈ ਕੇ ਸਾਰਾ ਵਿਸ਼ਾ ਕਿਉਂਕਿ ਉਹ ਹਿਸਟਰੀ ਦੇ ਪ੍ਰੋਫੈਸਰ ਰਹੇ ਆ, ਉਹਨਾਂ ਦੀ ਬਹੁਤ ਵੱਡੀ ਰਿਸਰਚ ਹੈ ਸਟੱਡੀ ਹੈ ਤੇ ਜੇ ਉਹਨਾਂ ਕੋਲ ਅਸੀਂ ਕੁਝ ਗਾਈਡੈਂਸ ਲੈ ਸਕੇ ਤਾਂ ਡੈਫੀਨੇਟਲੀ ਮੈਂ ਉਹਨਾਂ ਕੋਲ ਲੈ ਕੇ ਔਰ ਆਪਣੀ ਪਾਰਟੀ 'ਚ ਵੀ ਉਹ ਗੱਲ ਰੱਖੂੰਗਾ। ਲੇਕਿਨ ਮਨਸ਼ਾ ਸਰਕਾਰ ਦੀ ਫੋਰ ਐਗਜ਼ਾਮਪਲ ਮੈਂ 3-4 ਦਿਨ ਚੰਡੀਗੜ੍ਹ 'ਚ 60-40 ਦੀ ਰੇਸ਼ੋ ਨਾਲ ਪੰਜਾਬ ਦੇ EMPLOYE 60% 40 ਇਹ ਇੱਕ ਟੈਂਪਰੇਰੀ ਉਦੋਂ ਸਮਝੌਤਾ ਹੋਇਆ ਹੈ ਲੇਕਿਨ ਪਿਛਲੇ 25-30 ਸਾਲਾਂ 'ਚ ਖਾਸ ਕਰ 97 ਤੋਂ ਬਾਅਦ ਅਸੀਂ ਆਪਣੇ EMPLOYE ਭੇਜਣੇ ਬੰਦ ਕਰਤੇ। ਅਸੀਂ BBMB 'ਚ EMPLOYE ਕਾਂਗਰਸ ਨੇ ਅਕਾਲੀਆਂ ਨੇ ਭੇਜਣੇ, ਸਰਕਾਰਾਂ ਤਾਂ ਇਹਨਾਂ ਦੀਆਂ ਰਹੀਆਂ ਨਾ, ਸਾਡੀ ਤਾਂ ਨਹੀਂ ਆਈ। ਸੋ ਉਹ ਨੁਮਾਇੰਦਗੀ ਘਟਣ ਲੱਗ ਗਈ। ਉਹਨਾਂ ਨੂੰ ਐਂ ਲੱਗ ਰਿਹਾ ਸੈਂਟਰ ਨੂੰ ਤੇ ਐਂ ਲੱਗਦਾ ਹੈ ਵੀ ਇਹਨਾਂ ਦੀ ਦਿਲਚਸਪੀ ਨਹੀਂ ਹੈ। ਸੈਂਟਰ ਤਾਂ ਪਹਿਲਾਂ ਹੀ ਚਾਹੁੰਦਾ ਸੂਬਿਆਂ ਦੇ ਜਿਹੜੇ ਅਧਿਕਾਰ ਹੈ ਸੀਮਿਤ ਕਰ ਲਏ ਜਾਣ। ਮਾਨ ਸਾਹਿਬ ਨੇ ਉਸ ਚੀਜ਼ ਨੂੰ ਹੁਣ 60-40 ਵਾਸਤੇ ਵੀ ਗਵਰਨਰ ਸਾਹਿਬ ਨੂੰ ਲਿਖਿਆ, BBMB ਵਾਸਤੇ ਰਿਪਰੈਜ਼ੈਂਟੇਸ਼ਨ ਸਾਨੂੰ ਦਿਓ। ਪਾਣੀਆਂ ਵਾਲੇ ਮਾਮਲੇ ਦਾ ਵੀ ਅਲਟੀਮੇਟਲੀ ਤੁਸੀਂ ਕਿੰਨਾ ਚਿਰ ਲੋਕਾਂ ਨੂੰ ਲੜਾਈ ਜਾਓਗੇ? ਅੱਜ ਪੰਜਾਬ ਕੋ ਪਾਣੀ ਹੈ ਨਹੀਂ ਦੇਣ ਲਈ, ਪੰਜਾਬ ਕਿੱਥੋਂ ਦੇ ਦੇ? ਪੰਜਾਬ ਦਾ ਆਪਣਾ ਹਜ਼ਾਰਾਂ ਏਕੜ ਜਿਹੜਾ ਰਕਬਾ ਹਰਿਆਣੇ 'ਚ ਜਾ ਕੇ ਸੋਡੇ ਹੀ ਜਿਹੜੇ ਪਾਰਟੀ ਦੇ ਮੁੱਖ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੀਆਂ ਚੀਜ਼ਾਂ ਬਦਲ ਜਾਂਦੀਆਂ। ਕੇਜਰੀਵਾਲ ਜੀ ਨੇ ਕੋਈ ਨਹੀਂ ਕਿਹਾ। ਇੱਕ ਸਾਡੇ ਰਾਜ ਸਭਾ ਮੈਂਬਰ ਨੇ, ਮੈਂ ਤੇ ਤੁਹਾਡੇ ਕੈਮਰੇ ਤੇ ਮੰਨ ਰਿਹਾ, ਜਿਹੜੇ ਹਰਿਆਣਾ ਨੂੰ ਬਿਲੋਂਗ ਕਰਦੇ ਸੀ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ। ਜ਼ਰੂਰ ਅਸੀਂ ਨਾਲ ਦੀ ਨਾਲ ਉਹਨੂੰ ਕੰਡੈਮ ਕੀਤਾ ਸੀ ਔਰ ਡਿਨਾਈ ਕੀਤਾ ਸੀ ਟੱਟ ਕੇ। CM ਸਾਹਿਬ ਨੇ ਵੀ ਔਰ ਸਾਰੀ ਪਾਰਟੀ ਨੇ ਵੀ। ਪੰਜਾਬ ਕੋ ਅੱਜ ਦੇ ਹਾਲਾਤ 'ਚ ਪਾਣੀ ਦੇਣ ਲਈ ਹੈ ਨਹੀਂ ਔਰ ਹਰਿਆਣਾ ਨੋ ਡਾਊਟ ਸਾਡਾ ਭਰਾ ਆ ਲੇਕਿਨ ਅੱਜ ਪੰਜਾਬ ਦਾ ਆਪਣਾ ਹਜ਼ਾਰਾਂ ਏਕੜ ਜਿਹੜਾ ਹੈ ਰਕਬਾ ਸੁੱਕੇ ਦੀ ਮਾਰ ਹੈ। ਜੇ ਪਾਣੀ ਦਾ ਇੰਤਜ਼ਾਮ ਜਾਂ ਸੋਲੂਸ਼ਨ ਕਰਨਾ ਹੈ ਤੇ ਜਿਹੜੀ ਸਤਲੁਜ ਉਹ ਜਿਹੜੀ ਆਪਣਾ ਯਮੁਨਾ ਲਿੰਕ ਹੈ, ਜਿਹੜੀ ਯਮੁਨਾ ਨਦੀ 'ਚੋਂ ਸਰਸਵਤੀ ਯਮੁਨਾ ਜਿਹੜਾ ਲਿੰਕ ਹੈ ਉਹਨੂੰ ਚਲਾਇਆ ਜਾਵੇ, ਉਹ 'ਚੋਂ ਪੰਜਾਬ ਨੂੰ ਪਾਣੀ ਦਿੱਤਾ ਜਾਵੇ। ਪੰਜਾਬ ਕੋ ਤੇ ਆਲਰੇਡੀ ਪਾਣੀ ਹੈ ਨਹੀਂ। ਯਮੁਨਾ ਔਰ ਸਰਸਵਤੀ ਦਾ ਪਾਣੀ ਜਾਂ ਯਮੁਨਾ ਜਾਂ ਗੰਗਾ ਦਾ ਪਾਣੀ ਜਾਂ ਜਿਹੜਾ ਵੀ ਪਾਣੀ ਪੰਜਾਬ ਦਾ ਜਾਂ ਹਿਮਾਚਲ ਦਾ ਪਾਕਿਸਤਾਨ ਨੂੰ ਜਾ ਰਿਹਾ ਉਹਨੂੰ ਸੈਂਟਰ ਰੋਕ ਕੇ ਪੰਜਾਬ ਨੂੰ ਦੇਵੇ, ਉਸ ਤੋਂ ਬਾਅਦ ਬਚੇ ਤੇ ਹਰਿਆਣਾ ਨੂੰ ਦੇਵੇ। ਲੇਕਿਨ ਅੱਜ ਦੇ ਜਿਹੜੇ ਹਾਲਾਤ ਹੈ ਰਤਨ, ਉਹ ਪਾਣੀ ਦੇਣ ਲਈ ਪੰਜਾਬ ਕੋ ਹੈ ਨਹੀਂ ਔਰ ਆਮ ਆਦਮੀ ਪਾਰਟੀ ਦਾ ਇਹ 'ਤੇ ਬੜਾ ਸਪਸ਼ਟ ਸਟੈਂਡ ਹੈ
ਵੀ ਅਸੀਂ ਪਾਣੀ ਜਦੋਂ ਸਾਡੇ ਕੋਲ ਦੇਣ ਨਹੀਂ ਹੈ, ਕਿ ਦੇਵਾਂਗੇ ਕਿੱਥੋਂ ਜੀ। ਸਪਸ਼ਟ ਜੀ ਗੱਲ। ਕੰਗ ਸਾਹਿਬ ਜਾਂਦੇ ਲਾਸਟ ਸਵਾਲ, ਤੁਸੀਂ ਸਟੂਡੈਂਟ ਪੋਲਿਟਿਕਸ ਦਾ ਵੱਡਾ ਚਿਹਰਾ ਰਹੇ ਹੋ, ਹਿੱਸਾ ਰਹੇ ਹੋ, ਰਾਜਨੀਤੀ ਤੁਸੀਂ ਸਿੱਖੀ ਆ, ਪੰਜਾਬ ਦਰਦੀ ਦੇ ਤੌਰ ਤੇ ਵੀ ਤੁਹਾਨੂੰ ਜਾਣਿਆ ਜਾਂਦਾ ਗਾ, ਤੁਹਾਨੂੰ ਲੱਗਦਾ ਗਾ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਰਾਜਨੀਤੀ ਖੇਡਣ ਲੱਗੀ ਆਮ ਆਦਮੀ ਪਾਰਟੀ, ਬੇਅਦਬੀ ਦਾ ਮੁੱਦਾ ਗਾ, ਗੋਲੀ ਕਾਂਡ ਦਾ ਮੁੱਦਾ ਗਾ, SYL ਦੇ ਉੱਤੇ ਕੀ ਸਟੈਂਡ ਆ, ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਆਮ ਆਦਮੀ ਪਾਰਟੀ ਸਪਸ਼ਟ ਨਹੀਂ ਕਰ ਰਹੀ, ਰਾਜਨੀਤੀ ਖੇਡ ਰਹੀ ਆ ਰਵਾਇਤੀ ਪਾਰਟੀਆਂ ਵਾਂਗੂ। ਮੈਂ ਸਪਸ਼ਟ ਕਰਦਾ, SYL ਤੇ ਤਾਂ ਮੈਂ ਹੁਣ ਬੋਲ ਹੀ ਦਿੱਤਾ ਕਿ ਜੇ ਸਤਲੁਜ ਆਪਣਾ ਸਰਸਵਤੀ ਯਮੁਨਾ ਲਿੰਕ ਬਣ ਜੇ ਤੇ ਪੰਜਾਬ ਨੂੰ ਵੀ ਪਾਣੀ ਵਾਧੂ ਹੋ ਜਾਏ ਤੇ ਹਰਿਆਣੇ ਨੂੰ ਵਾਧੂ ਹੋ ਜਾਵੇ। ਇਸ ਕਰਕੇ ਉਹ ਤੇ ਬੜਾ ਸਪਸ਼ਟ ਹੈ, ਅੱਜ ਦੇ ਹਾਲਾਤ ਸਾਡੇ ਕੋਲ ਪਾਣੀ ਦੇਣ ਲਈ ਹੈ ਨਹੀਂ। ਦੂਜੀ ਗੱਲ, ਚਾਹੇ ਬੇਅਦਬੀ ਦਾ ਮਾਮਲਾ ਹੈ, ਚਾਹੇ ਬਾਕੀ ਜਿੰਨੇ ਵੀ ਤੁਸੀਂ ਇਸ਼ੂ ਬਣਾਏ ਆ, ਹੁਣ ਤੱਕ ਰਾਜਨੀਤੀ ਹੁੰਦੀ ਰਹੀ ਆ, ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਇਆ, ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ, ਚਾਹੇ ਉਹ ਮਾਫੀ ਦੇਣ ਦੀ ਗੱਲ ਹੈ, ਚਾਹੇ ਲਾਈਵ ਸੈਸ਼ਨ ਚਲਾਉਣ ਦੀ ਗੱਲ ਹੈ, ਆਮ ਆਦਮੀ ਪਾਰਟੀ ਨੇ ਨਾ ਤੇ ਕਿਸੇ ਗੈਂਗਸਟਰ ਨੂੰ ਪੈਟਰੋਨੇਜ ਕਰਨਾ ਹੈ, ਨਾ ਬੇਅਦਬੀ ਦੇ ਜਿਹੜੇ ਕਸੂਰਵਾਰ ਆ ਉਹਨਾਂ ਨੂੰ ਬਚਾਉਣਾ ਹੈ, ਨਾ ਮਾਨ ਸਾਹਿਬ ਦੀ ਇਹਨਾਂ ਨਾਲ ਕਿਸੇ ਨਾਲ ਨੇੜਤਾ ਆ, ਨਾ ਮਾਨ ਸਾਹਿਬ ਨੇ ਇਹਨਾਂ ਨੂੰ ਬਚਾਉਣਾ, ਨਾ ਫੇਵਰ ਕਰਨਾ। ਸੋ ਲੇਕਿਨ ਇਹਦੇ 'ਚ ਟਾਈਮ ਲੱਗੂਗਾ, ਜਿਹੜੀਆਂ ਇੱਕ ਜੁਡੀਸ਼ੀਅਲ ਪ੍ਰੋਸੈਸ ਹੈ, ਇਸ ਕਰਕੇ ਅਸੀਂ ਵਾਰ-ਵਾਰ ਬੇਨਤੀ ਕੀਤੀ ਹੈ, ਚਾਹੇ ਬੇਅਦਬੀ ਦਾ ਮਾਮਲਾ ਹੈ, ਚਾਹੇ ਬਾਕੀ ਇਸ਼ੂ ਆ, ਲੇਕਿਨ ਸਰਕਾਰ ਪੂਰੀ ਸੰਜੀਦਗੀ ਨਾਲ ਤੱਥਾਂ ਦੇ ਆਧਾਰ ਤੇ ਪੰਜਾਬ ਦਾ ਜਿਹੜਾ ਪੱਖ ਹੈ ਉਹਨੂੰ ਰੱਖ ਰਹੀ ਹੈ। ਰਾਜਨੀਤੀ ਦੀ ਤੁਸੀਂ ਗੱਲ ਕੀਤੀ, ਰਾਜਨੀਤੀ ਹੁਣ ਤੱਕ ਹੁੰਦੀ ਰਹੀ ਹੈ, ਪੰਜਾਬ ਨੂੰ ਲੜਾ ਦਿੱਤਾ ਗਿਆ, ਪੰਜਾਬ ਦੇ ਨੌਜਵਾਨ ਮਰਵਾ ਦਿੱਤੇ ਗਏ, ਪੰਜਾਬ ਦੇ ਅਧਿਕਾਰ ਕਦੀ ਨਹੀਂ। ਕੀ 1966 ਰੀਆਰਗਨਾਈਜ਼ ਜਦੋਂ ਪੰਜਾਬ ਹੋਇਆ ਸੀ, ਉਸ ਤੋਂ ਬਾਅਦ ਕਿਹਦੀ ਸਰਕਾਰ ਰਹੀ ਹੈ? 65 ਸਾਲ ਸਰਕਾਰ ਤੇ ਇਹਨਾਂ ਦੀ ਰਹੀ। ਕਿਉਂ ਨਹੀਂ ਇਹਨਾਂ ਨੇ ਕਲੇਮ ਕੀਤਾ ਵੀ ਚੰਡੀਗੜ੍ਹ ਤੇ ਸਾਡਾ ਵਾਪਸ ਦਿਓ? ਕਿਉਂ ਚੰਡੀਗੜ੍ਹ ਤੇ ਇੱਕ ਇੱਕ ਕਰਕੇ ਸਾਰਾ ਮਤਲਬ ਰਾਈਟ ਜਿਹੜੇ ਆ ਸੈਂਟਰ ਆਪਣੇ ਕੋਲ ਲੈ ਗਿਆ? ਪਰ ਮੁੱਖ ਮੰਤਰੀ ਕਹਿ ਰਿਹਾ ਸਾਨੂੰ ਵੀ ਹਰਿਆਣੇ ਦੇ ਆਧਾਰ ਤੇ ਜਗ੍ਹਾ ਦੇ ਦਿਓ, ਆਪਣੇ ਹੀ ਜਗ੍ਹਾ ਤੋਂ ਆਪ ਹੀ ਮੰਗੀ। ਉਹ ਤੇ ਬੜਾ ਸਪਸ਼ਟ ਕੀਤਾ ਅਸੀਂ ਉਸ ਤੋਂ ਬਾਅਦ ਵੀ ਚੰਡੀਗੜ੍ਹ, ਅਸੀਂ ਤੇ ਆਲਰੇਡੀ ਵਿਧਾਨ ਸਭਾ 'ਚ ਮਤਾ ਪਾਇਆ ਵੀ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ। ਸੋ ਪੰਜਾਬ ਔਰ ਸੈਂਟਰ ਨੂੰ ਵੀ ਚਾਹੀਦਾ, ਚੰਡੀਗੜ੍ਹ ਤੇ ਬਹੁਤ ਪਹਿਲਾਂ ਖੂਨ ਖਰਾਬਾ ਹੋ ਚੁੱਕਿਆ। ਸੋ ਬੇਨਤੀ ਉਹਨਾਂ ਨੂੰ ਵੀ ਹੈ ਵੀ ਇਸ ਤਰੀਕੇ ਨਾਲ ਲੜਾਉਣ ਦੀ ਗੱਲ ਨਾ ਕਰੋ, ਇਹ ਗੰਦੀ ਰਾਜਨੀਤੀ ਵੋਟਾਂ ਦੀ, ਇਹ ਬੀਜੇਪੀ ਫਿਰ ਵੋਟਾਂ ਦੀ ਰਾਜਨੀਤੀ ਕਰ ਰਹੀ ਹੈ, ਇਸੇ ਤਰੀਕੇ ਨਾਲ ਅਕਾਲੀ ਦਲ ਕਾਂਗਰਸ ਨੇ ਕੀਤੀ ਹੈ। ਸੋ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ, ਹਰਿਆਣੇ ਨੂੰ ਸਪੈਸ਼ਲ ਪੈਕੇਜ ਦੇ ਦੇਣ, ਚਾਹੇ ਉਹ ਗੁੜਗਾਵਾਂ ਬਣਾਉਣ, ਕਰਨਾਲ ਬਣਾਉਣ, ਪਾਣੀਪਤ ਬਣਾਉਣ। ਪਰ ਜਿਹੜਾ ਟਵੀਟ ਹੋ ਜਾਂਦਾ, ਉਹ ਟਵੀਟ ਫਿਰ ਕਿਵੇਂ ਹੋ ਜਾਂਦਾ ਹੈਗਾ? ਕਿਹੜਾ? ਲੋਕਾਂ ਦੇ ਦਰਦਾਂ ਦੇ ਉੱਤੇ ਬਾਰ-ਬਾਰ ਨੂਨ ਭੁੱਕਿਆ ਜਾਂਦਾ। ਨਹੀਂ, ਮੈਂ ਤੁਹਾਨੂੰ ਫੇਰ ਦੱਸ ਰਿਹਾ ਵੀ ਰਤਨ, ਅਸੀਂ ਰਾਜਨੀਤੀ ਨਹੀਂ, ਅਸੀਂ ਸੋਲੂਸ਼ਨ ਚਾਹੁੰਦੇ ਹਾਂ ਸਾਰੇ ਮਸਲਿਆਂ ਦੇ, ਔਰ ਪੰਜਾਬ ਦੇ ਜਿਹੜੇ ਖੋਏ ਗਏ ਅਧਿਕਾਰ ਹੈ ਉਹ ਪੰਜਾਬ ਨੂੰ ਵਾਪਸ ਦਿੱਤੇ ਜਾਣ। ਉਹਦੀ ਲੀਗਲੀ ਔਰ ਬਿਊਰੋਕਰੈਟਿਕ ਲੈਵਲ ਤੇ, ਪੋਲੀਟੀਕਲ ਲੈਵਲ ਤੇ ਜੋ ਇੱਕ ਸਰਕਾਰ ਦਾ ਫਰਜ਼ ਹੈ, ਆਮ ਆਦਮੀ ਪਾਰਟੀ ਰਹੂ ਉਹ ਤੇ ਖੜਦੀ ਹੈ, ਸਟੈਂਡ ਕਰਦੀ ਹੈ ਔਰ ਫੈਰਾ ਦਿੰਦੀ ਆ। ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਤੇ ਵੋਟ ਬੈਂਕ ਦੀ ਪੋਲਿਟਿਕਸ, ਚਾਹੇ ਬੇਅਦਬੀ ਦਾ ਮਾਮਲਾ, ਚਾਹੇ ਬਾਕੀ ਮਸਲੇ, ਨਹੀਂ ਕਰਨਾ ਚਾਹੁੰਦੇ। ਬਾਈਬਲ ਕਲਾਂ ਇਨਸਾਫ ਮੋਰਚੇ 'ਚ ਇੱਕ ਆਵਾਜ਼ ਉੱਠੀ ਹੈ ਵੀ ਆਮ ਆਦਮੀ ਪਾਰਟੀ ਨੇ ਫਿਰ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨੂਣ ਭੁੱਕਿਆ ਗਾ। ਇੱਕ ਅਜਿਹੇ ਬੰਦੇ ਨੂੰ AG ਤੁਸੀਂ ਲਾਤਾ ਜਿਹੜਾ ਸੱਚੇ ਸੌਦੇ ਵਾਲੇ ਦਾ ਕੇਸ ਲੜ ਰਿਹਾ ਹੈਗਾ। ਦੇਖੋ, ਪ੍ਰੋਫੈਸ਼ਨਲੀ ਕੋਈ ਵੀ ਬੰਦਾ ਕਿਸੇ ਦਾ ਵੀ ਕੇਸ ਲੜ ਸਕਦਾ, ਕੋਈ ਬਾਈਂਡਿੰਗ ਨਹੀਂ ਹੁੰਦੀ। ਹੁਣ ਮੈਂ ਪਰ ਉਹਨਾਂ ਦਾ ਤਾਂ ਗਿਲਾ ਨਾ ਇੱਕ, ਬਿਲਕੁਲ ਦੇਖੋ, ਉਹਨਾਂ ਦਾ ਗਿਲਾ ਜਾਇਜ਼ ਵੀ ਹੈ, ਮੈਂ ਕਹਾਂ ਵੀ ਉਹਨਾਂ ਦਾ ਗਿਲਾ ਜਾਇਜ਼ ਨਹੀਂ ਆ, ਉਹਨਾਂ ਦੇ ਥਾਂ ਤੇ ਉਹ ਵੀ ਠੀਕ ਆ। ਲੇਕਿਨ ਮੈਂ ਉਹਨਾਂ ਨੂੰ ਤੁਹਾਡੇ ਰਾਹੀਂ ਇਹੀ ਬੇਨਤੀ ਕਰੂੰਗਾ, ਮਾਨ ਸਾਹਿਬ ਦੀ ਸਰਕਾਰ ਤੇ ਵਿਸ਼ਵਾਸ ਕਰਨ ਦੀ ਉਹਨਾਂ ਨੂੰ ਲੋੜ ਨਹੀਂ। ਮਾਨ ਸਾਹਿਬ ਦੀ ਇੰਟੈਂਸ਼ਨ ਵੀ ਬੜੀ ਸਪਸ਼ਟ ਹੈ। ਹੁਣ ਵਿਕਰਮ ਮਜੀਠੀਆ ਦੇ ਵਕੀਲ ਪੀ ਚਿਦੰਬਰਮ ਸਾਹਿਬ ਹੈ, ਸਾਰੀ ਉਮਰ ਕਾਂਗਰਸ ਅਕਾਲੀ ਦਲ ਦੀ ਦੁਸ਼ਮਣੀ ਰਹੀ ਹੈ, ਲੇਕਿਨ ਉਹ ਪ੍ਰੋਫੈਸ਼ਨਲੀ ਹੈ। ਕਪਿਲ ਸਿੱਬਲ BJP ਲੀਡਰਾਂ ਦੇ ਵਕੀਲ ਹੈ। ਮਰਹੂਮ ਅਰੁਣ ਜੇਤਲੀ ਜੀ ਕਿੰਨੇ ਕਾਂਗਰਸੀ ਸਰਕਾਰਾਂ ਦੇ ਵਕੀਲ ਰਹੇ ਆ, ਲੇਕਿਨ ਨੋ ਡਾਊਟ ਉਹਨਾਂ ਦੇ ਉਹ ਕਲਾਇੰਟ ਰਹੇ ਆ ਕਈ ਸਾਹਿਬ। ਮੈਂ ਮੁਨਕਰ ਨਹੀਂ ਹੁੰਦਾ ਇਸ ਗੱਲ ਤੋਂ, ਉਹ ਡੇਰੇ ਵਾਲੇ ਦੇ ਵੀ ਰਹੇ ਆ, ਬਾਕੀਆਂ ਦੇ ਵੀ ਰਹੇ। ਲੇਕਿਨ ਜਦੋਂ ਪੰਜਾਬ ਦੇ ਲਾਅ ਅਫਸਰ ਦੇ ਨਾਤੇ ਜਦੋਂ ਕੋਰਟ 'ਚ ਪੇਸ਼ ਹੋਣਗੇ, ਸਾਰੀਆਂ ਪਿਛਲੀਆਂ ਜਿਹੜੀਆਂ ਉਹਨਾਂ ਦੀ ਇੰਗੇਜਮੈਂਟ ਹੈ, ਜਿਹੜੀਆਂ ਕਮਿਟਮੈਂਟ ਉਹ ਛੱਡਣਗੇ ਜਿੱਥੇ ਪੰਜਾਬ ਦਾ ਇੰਟਰਸਟ ਕਲੈਸ਼ ਕਰਦਾ ਹੋਵੇ। ਲੇਕਿਨ ਉਹਨਾਂ ਦੀ ਕੰਪੀਟੈਂਸੀ ਤੇ ਕੋਈ ਸਵਾਲ ਨਹੀਂ। ਹੀ ਇਜ਼ ਦਾ ਮੋਸਟ ਕੰਪੀਟੈਂਟ ਕ੍ਰਿਮੀਨਲ ਲਾਇਰ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਲੇਕਿਨ ਇਸ ਤੋਂ ਬਾਅਦ ਵੀ ਅਲਟੀਮੇਟਲੀ ਫੈਸਲਾ ਸੰਗਤ ਨੇ ਕਰਨਾ ਹੈ, ਮੁਲਾਂਕਣ ਸੰਗਤ ਨੇ ਕਰਨਾ ਹੈ। ਅਗਲੇ ਸਾਲ 6 ਮਹੀਨਿਆਂ 'ਚ ਲੋਕਾਂ ਦੀ ਕਚਹਿਰੀ ਸਾਰਾ ਮਾਮਲਾ ਆ ਜਾਣਾ। ਜਿੱਥੇ ਅਸੀਂ ਗਲਤ ਹੋਵਾਂਗੇ ਜਾਂ ਸਾਡਾ ਵਕੀਲ ਇਮਾਨਦਾਰੀ ਨਾਲ ਪੰਜਾਬ ਦਾ ਪੱਖ ਜਾਂ ਪੰਜਾਬ ਦੇ ਕੇਸਾਂ ਦਾ ਨਹੀਂ ਰੱਖੂਗਾ ਤੇ ਜਵਾਬਦੇਹੀ ਔਰ ਦੋਸ਼ੀ ਅਸੀਂ ਹੋਵਾਂਗੇ। ਪਰ ਕੁਝ ਲੋਕ ਇਹ ਵੀ ਕਹਿ ਰਹੇ ਹੈ ਵੀ ਕ੍ਰਿਮੀਨਲ ਲਾਇਰ ਬੈਸਟ ਹੋ ਸਕਦੇ ਨੇ ਕਈ ਸਾਹਿਬ, ਪਰ ਕੀ ਉਹਨਾਂ ਨੂੰ AG ਲਾਉਣਾ ਜ਼ਰੂਰੀ ਸੀਗਾ? ਵੀ ਕੀ ਕ੍ਰਿਮੀਨਲ ਲਾਇਰ ਹੀ AG ਲਾਉਣੇ ਜ਼ਰੂਰੀ ਹੁੰਦੇ ਆ? AG ਤੇ ਕਿਸੇ ਨੂੰ ਲਾਉਣਾ ਹੀ ਹੁੰਦਾ। ਹਾਂ, ਕਿਸੇ ਨੂੰ ਤਾਂ ਲਾਉਣਾ ਹੀ ਹੁੰਦਾ, ਪਰ ਇਹਦੇ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ। ਮੈਨੂੰ ਲੱਗਦਾ ਉਹਨਾਂ ਦਾ ਕੋਈ ਪੋਲੀਟੀਕਲ ਐਫੀਲੀਏਸ਼ਨ ਕਿਸੇ ਨਾਲ ਨਹੀਂ, ਕੋਈ ਰਾਜਨੀਤਿਕ ਬੰਦੇ ਨਹੀਂ ਗਏ। ਉਹ ਬੜਾ ਰੀਨੋਨਡ ਪਰਿਵਾਰ ਹੈ ਚੰਡੀਗੜ੍ਹ ਦਾ, ਔਰ ਖਾਸ ਕਰ ਵਕੀਲਾਂ ਦਾ ਜਿਹੜਾ ਪੂਰੀ ਉਹ ਫਰਟਰਨਿਟੀ ਹੈ, ਐਡਵੋਕੇਟ ਫਰਟਰਨਿਟੀ ਸਾਡੀ ਮਾਨਯੋਗ ਹਾਈ ਕੋਰਟ 'ਚ।
ਸੋ ਮੈਨੂੰ ਲੱਗਦਾ ਉਹਨਾਂ ਦੀ ਕੰਪੀਟੈਂਸੀ ਤੇ ਕਿਸੇ ਤਰ੍ਹਾਂ ਦਾ ਕੋਈ ਸਵਾਲ ਨਹੀਂ ਹੈ, ਕੋਈ ਪੋਲੀਟੀਕਲ ਐਫੀਲੀਏਸ਼ਨ ਨਹੀਂ ਹੈ। ਕਲਾਇੰਟੇਜ ਜ਼ਰੂਰ ਉਹਨਾਂ ਦੀ ਰਹੀ ਹੈ, ਜਿੱਥੇ ਪੰਜਾਬ ਦੇ ਇੰਟਰਸਟ ਕਲੈਸ਼ ਕਰਦੇ ਆ ਉਹ ਕਲਾਇੰਟੇਜ ਉਹ ਛੱਡਣਗੇ, ਬਿਲਕੁਲ ਸਪਸ਼ਟ ਜੀ ਗੱਲ ਹੈ। ਹਾਂ, ਇਸ ਤੋਂ ਬਾਅਦ ਵੀ ਜੇ ਦੇਖੋ ਇੱਕ ਗੱਲ ਫੇਰ ਮੈਂ ਦੁਹਰਾ ਦਾਂ ਲਾਸਟ 'ਚ, ਗੁਰੂ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਤੇ ਅਗਰ ਕੋਈ ਰਾਜਨੀਤੀ ਕਰੂਗਾ ਉਹਦਾ ਹਾਲ ਉਹੀ ਹੋਊਗਾ ਜਿਹੜਾ ਦੋਨਾਂ ਪਾਰਟੀਆਂ ਦਾ ਹੋਇਆ। ਤੇ ਇਸ ਕਰਕੇ ਸਾਨੂੰ ਇਸ ਗੱਲ ਦਾ ਅਹਿਸਾਸ ਹੈ, ਅਸੀਂ ਪਰਮਾਤਮਾ ਤੋਂ ਡਰਨ ਵਾਲੇ ਹਾਂ, ਸਾਡੇ ਮੁੱਖ ਮੰਤਰੀ ਵੀ ਡਰਨ ਵਾਲੇ ਆ। ਸੋ ਸਾਨੂੰ ਅਸੀਂ ਇਸ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਕਰਾਂਗੇ ਕਿ ਪਰਮਾਤਮਾ ਦੀ ਕਚਹਿਰੀ 'ਚ ਜਿਹੜੇ ਅਸੀਂ ਇਸ ਲੈਵਲ ਤੇ ਜਾਂ ਗੁਰੂ ਦੀ ਸੰਗਤ ਦੀ ਕਚਹਿਰੀ 'ਚ ਅਸੀਂ ਦੋਸ਼ੀ ਹੋਈਏ। ਪਰ ਜਿਹੜਾ ਗਰੀਬਾਂ ਦਾ ਹੱਕ ਮਰੂ ਉਹਦਾ ਕੀ ਹਾਲ ਹੋਊਗਾ? ਕਹਿੰਦੇ ਹਸਪਤਾਲਾਂ ਦੇ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਇਹੋ ਜਿਹੇ ਮਰੀਜ਼ਾਂ ਨੂੰ ਚੱਕ ਕੇ ਲੈ ਕੇ ਆਉਂਦੀਆਂ ਜਿਨ੍ਹਾਂ ਦੇ ਐਡੇ ਐਡੇ ਕੀੜੇ ਪਏ ਹੋਏ ਆ, ਤੇ ਜਦੋਂ ਉੱਥੇ ਜਾ ਕੇ ਕੁਝ ਹੁੰਦਾਗਾ ਫਿਰ ਉਹਦੇ ਤੇ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਆ ਜਿਹੇ ਦਾ ਕੁਝ ਫਰੀਦਕੋਟ ਹੋਇਆਗਾ। ਦੇਖੋ ਰਤਨ, ਤੁਸੀਂ ਹਸਪਤਾਲਾਂ 'ਚ ਚਲੇ ਜਾਓ, ਤੁਸੀਂ ਥਾਣਿਆਂ 'ਚ ਚਲੇ ਜਾਓ, ਤੁਸੀਂ ਕਚਹਿਰੀਆਂ 'ਚ ਚਲੇ ਜਾਓ, ਤੁਸੀਂ ਕਿਸਾਨਾਂ ਦੇ ਖੇਤਾਂ 'ਚ ਚਲੇ ਜਾਓ, ਕਿਹੜਾ ਅਦਾਰਾ ਹੈ ਜਿੱਥੇ ਤੁਸੀਂ ਕਹੋਗੇ ਸਾਰਾ ਕੁਝ ਬਹੁਤ ਵਧੀਆ ਹੈ? ਹੁਣ ਲੁਧਿਆਣੇ ਦਾ ਬੁੱਢਾ ਨਾਲਾ, ਉਹ ਬੁੱਢਾ ਦਰਿਆ ਸੀ, ਉਹ ਗੰਦਾ ਨਾਲਾ ਬਣ ਗਿਆ। ਪੋਲੂਸ਼ਨ ਬੋਰਡ ਨੇ ਕੰਮ ਨਹੀਂ ਨਾ ਕੀਤਾ, ਇਹੀ ਕੰਮ ਹੋਇਆ ਜੋ ਇੱਕ ਗਾਈਡਲਾਈਨ ਸੀ। ਜਿਹੜਾ ਪੰਜਾਬ ਦਾ ਜਿੰਨਾ ਫੋਰੈਸਟ ਏਰੀਆ ਜਿੰਨਾ ਕੱਟ ਗਿਆ ਉਹਦੇ ਲਈ ਕੌਣ ਜ਼ਿੰਮੇਵਾਰ? ਸੋ ਇੱਕ ਪੂਰਾ ਸਿਸਟਮ ਜਿਹੜਾ ਹੈ ਨਾ ਉਹਦੇ 'ਚ ਬਹੁਤ ਗਿਰਾਵਟ ਹੈ। ਮੈਂ ਐਵੇਂ ਕਹਾਂ, ਔਰ ਇਹ ਵੀ ਨਹੀਂ ਮੈਂ ਤੁਹਾਡੇ ਕੈਮਰੇ ਤੇ ਦਾਅਵਾ ਕਰਦਾ ਵੀ ਇਹ ਰਾਤੋਂ ਰਾਤ ਬਦਲ ਜੂਗਾ, ਨਹੀਂ ਬਦਲਣਾ। ਲੇਕਿਨ ਇਸ ਗੱਲ ਦਾ ਮੇਰਾ ਦਾਅਵਾ ਹੈ ਕਿ ਮਾਨ ਸਾਹਿਬ ਦੀ ਔਰ ਮਾਨ ਸਾਹਿਬ ਦੀ ਸਰਕਾਰ ਦੀ ਨੀਅਤ ਸਾਫ਼ ਹੈ। ਸਾਡਾ ਮੰਤਰੀ, ਸਾਡਾ ਐਮਐਲਏ ਪੰਜਾਬ ਦੀ ਲੁੱਟ ਖਸੁੱਟ 'ਚ ਕੋਈ ਅਗਰ ਪਾਇਆ ਗਿਆ, ਹਿੱਸੇਦਾਰ ਹੋਇਆ, ਤੇ ਅਸੀਂ ਲੋਕਾਂ ਦੀ ਕਚਹਿਰੀ 'ਚ ਜਵਾਬਦੇਹ ਹੋਵਾਂਗੇ, ਜ਼ਿੰਮੇਵਾਰ ਹੋਵਾਂਗੇ, ਦੋਖੀ ਹੋਵਾਂਗੇ। ਲੇਕਿਨ ਇਹੋ ਜਿਹੀ ਨੌਬਤ ਨਹੀਂ ਆਊਗੀ। ਸਾਫ਼ ਨੀਅਤ ਨਾਲ ਕੰਮ ਕਰ ਰਹੇ ਹਾਂ। ਇਸ ਚੀਜ਼ ਨੂੰ ਦਰੁਸਤ ਕਰਨ 'ਚ, ਇਸ ਸਾਰੇ ਵਿਵਸਥਾ ਨੂੰ ਸੁਧਾਰਨ 'ਚ, ਪੂਰੇ ਸਿਸਟਮ ਨੂੰ ਸੁਧਾਰਨ ਟਾਈਮ ਜ਼ਰੂਰ ਲੱਗੂਗਾ। ਔਰ ਉਸ ਕਵਾਇਦ 'ਚ ਚਾਹੇ ਉਹ ਡੀਜੀ ਸਾਹਿਬ ਹੈ, ਸਾਡੇ ਚੀਫ ਸੈਕਟਰੀ ਸਾਹਿਬ ਹੈ, ਚਾਹੇ ਮੰਤਰੀ ਸਾਹਿਬਾਨ ਹੈ, ਕੈਬਨਿਟ ਹੈ, ਉਹ ਲੱਗੀ ਹੋਈ ਹੈ। ਚਾਹੇ ਉਹ ਆਰਥਿਕ ਤੌਰ ਤੇ ਕਿਸਾਨਾਂ ਨੂੰ ਮੁੜ ਖੜਿਆ ਕਰਨਾ, ਕ੍ਰੌਪ ਡਾਈਵਰਸੀਫਿਕੇਸ਼ਨ ਹੈ, ਨੌਜਵਾਨਾਂ ਦੀ ਮਾਈਗ੍ਰੇਸ਼ਨ ਰੋਕਣੀ, ਇੰਸਟੀਟਿਊਸ਼ਨ ਆਪਣੇ ਬਚਾਉਣੇ, ਪਾਣੀ ਦਾ ਸਮੱਸਿਆ, ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਗਿਆ, ਇੰਨੀਆਂ ਸਮੱਸਿਆਵਾਂ ਹੈ। ਲੇਕਿਨ ਹੁਣ ਹੋਰ ਇੱਕ ਛੋਟਾ ਜਿਹਾ ਐਗਜ਼ਾਮਪਲ, ਨੀਤੀ ਆਯੋਗ ਜਿਹੜਾ ਦੇਸ਼ ਦੀ ਸਾਰੇ ਹਰੇਕ ਸੂਬੇ ਦੀ ਦਸ਼ਾ ਔਰ ਦਿਸ਼ਾ ਔਰ ਬਜਟ ਤੈਅ ਕਰਦਾ, ਪਿਛਲੇ ਸਾਲਾਂ 'ਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਜਾਂਦਾ ਸੀ ਉਸ ਮੀਟਿੰਗ। ਸਾਡੇ ਮਾਨ ਸਾਹਿਬ 7 ਅਗਸਤ ਨੂੰ ਜਾ ਰਹੇ, ਪਹਿਲੀ ਮੁੱਖ ਮੰਤਰੀ ਪਿਛਲੇ 15 ਸਾਲਾਂ 'ਚ ਨੀਤੀ ਆਯੋਗ ਦੀ ਮੀਟਿੰਗ 'ਚ ਨਹੀਂ ਗਿਆ ਜਿੱਥੇ ਪੰਜਾਬ ਦਾ ਪੱਖ ਰੱਖੇ। ਹੁਣ ਪਾਰਲੀਮੈਂਟ 'ਚ ਸੀਚੇਵਾਲ ਸਾਹਿਬ ਵੀ ਬੋਲ ਰਹੇ ਆ, ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਆ, ਪੰਜਾਬ ਦੀ ਜਵਾਨੀ ਦੀ ਗੱਲ ਹੋ ਰਹੀ ਹੈ, ਗੁਰੂ ਸਾਹਿਬ ਦੀ ਬੇਅਦਬੀ ਦੀ GST ਜਿਸ ਤਰ੍ਹਾਂ ਲਾਤਾ ਉਹਦੀ ਗੱਲ, ਮਤਲਬ ਕਵਾਇਦ ਸ਼ੁਰੂ ਹੋਈ ਆ। ਮੈਨੂੰ ਲੱਗਦਾ ਥੋੜਾ ਟਾਈਮ ਪੰਜਾਬ ਦੇ ਲੋਕਾਂ ਨੇ ਸਾਨੂੰ ਦੇਣਗੇ, ਵੀ ਦਿੱਤਾ ਵੀ ਆ, ਆਉਣ ਵਾਲੇ ਟਾਈਮ 'ਚ ਵੀ ਦੇਣਗੇ। ਹਾਂ, ਅਗਲੇ 2-3 ਸਾਲਾਂ 'ਚ ਅਗਰ ਕੁਝ ਚੰਗੇ ਰਿਜ਼ਲਟ ਨਹੀਂ ਕਰਾਵਾਂਗੇ, ਨੋ ਡਾਊਟ ਫਿਰ ਲੋਕਾਂ ਨੇ ਸਾਨੂੰ ਵੀ ਬਖਸ਼ਣਾ ਨਹੀਂ। ਲੋਕ, ਪਬਲਿਕ ਜਿਹੜੀ ਹੈ ਡੈਮੋਕ੍ਰੇਸੀ ਸੁਪਰੀਮ ਹੁੰਦੀ ਹੈ, ਸਭ ਤੋਂ ਉੱਪਰ ਹੁੰਦੀ ਹੈ, ਪਰ ਇਹੋ ਜਿਹੀ ਨੌਬਤ ਮੈਨੂੰ ਲੱਗਦਾ ਨਹੀਂ ਆਊਗੀ। ਜੀ ਕੰਗ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਸ਼ੁਕਰੀਆ ਰਤਨ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ। ਇਹਨਾਂ ਦਾ ਕਹਿਣਾ ਗਾ ਵੀ ਸਰਕਾਰ ਨੂੰ ਹਜੇ ਹੋਰ ਸਮਾਂ ਚਾਹੀਦਾ ਹੈਗਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਬਹੁਤ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਆਉਣ ਵਾਲਾ ਵਕਤ ਦੱਸੂਗਾ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ 5 ਸਾਲਾਂ ਬਾਅਦ ਜਾਂ ਕੁਝ ਟਾਈਮ ਬਾਅਦ, ਖਾਸ ਕਰਕੇ ਲੋਕ ਸਭਾ ਚੋਣਾਂ ਦੇ ਪਹਿਲਾਂ ਬਹੁਤ ਚੀਜ਼ਾਂ ਜਿਹੜੀਆਂ ਕਲੀਅਰ ਹੋ ਜਾਣਗੀਆਂ। ਅੱਗੇ ਫੇਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।